ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 219 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਜਿਸ ਦੀ ਪ੍ਰਾਪਤੀ ਹੁੰਦੀ ਆਪਾਂ ਨੂੰ। ਰਾਗ ਗੌੜੀ ਮਹੱਲਾ ਨਾਵਾਂ। ਗੌੜੀ ਰਾਗ ਦੇ ਵਿੱਚ 9ਵੇਂ ਪਾਤਸ਼ਾਹ ਦੀ ਪਾਵਨ ਬਾਣੀ ਜੋ 10ਵੇਂ ਪਾਤਸ਼ਾਹ ਮਹਾਰਾਜ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਵਿਖੇ ਜਦੋਂ ਸਰੂਪ ਦੀ ਰਚਨਾ ਕੀਤੀ ਦੁਬਾਰਾ, ਮਹਾਰਾਜ ਨੇ ਧੀਰਮਲ ਦੇ ਕੋਲ 25 ਸਿੰਘ ਪਾਲਕੀ ਦੇ ਕੇ ਭੇਜੇ ਸਨ। ਸੋ ਉਸਨੇ ਮਨਾ ਕਰ ਦਿੱਤਾ ਸਰੂਪ ਦੇਣ ਤੋਂ। ਕਹਿਣ ਲੱਗਿਆ ਜੇ ਪੂਰੇ ਗੁਰੂ ਨੇ ਫਿਰ ਆਪੇ ਹੀ ਲਿਖ ਲੈਣ ਬਾਣੀ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਸਾਰਾ ਸਰੂਪ ਰਚਨਾ ਕੀਤਾ ਅੰਤਰਜਾਮਤਾ ਦੇ ਨਾਲ, ਅਤੇ 9ਵੇਂ ਪਾਤਸ਼ਾਹ ਦੀ ਬਾਣੀ ਫਿਰ ਵਿੱਚ ਦਰਜ ਕੀਤੀ, ਅਤੇ ਬਹੁਤ ਪਿਆਰ ਨਾਲ ਬਾਣੀ ਲਿਖਣੀ, ਅਤੇ ਸ਼ਾਮ ਨੂੰ ਫਿਰ ਉਹ ਕਥਾ ਆਪ ਮਹਾਰਾਜ ਕਰਦੇ ਸਨ। ਸੋ ਇਸ ਤਰ੍ਹਾਂ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਵਿੱਚ ਇਹ ਕਥਾ ਸਮਾਪਤ ਕੀਤੀ ਸੀ ਮਹਾਰਾਜ ਨੇ। ਸੋ ਉਦੋਂ 9ਵੇਂ ਪਾਤਸ਼ਾਹ ਦੀ ਬਾਣੀ ਆਪ ਨੇ ਦਰਜ ਕੀਤੀ ਸੀ। ਇਸ ਤਰ੍ਹਾਂ ਮਹਾਰਾਜ ਨੇ ਕਹੋ ਕਬੀਰ ਜਨ ਭਏ ਖਲਾਸੇ ਪਾਠ ਨੂੰ ਉੱਥੇ ਬਦਲ ਕੇ ਕਹੋ ਕਬੀਰ ਜਨ ਭਏ ਖਾਲਸੇ ਪਾਠ ਕੀਤਾ। ਹੋਰ ਵੀ ਬਹੁਤ ਸਾਰੇ ਸੁਧਾਰ ਕੀਤੇ ਸਨ ਵਿੱਚ। ਸੋ ਜਿੱਥੇ ਕਿਤੇ ਥੋੜ੍ਹੀ ਬਹੁਤ ਇਸ ਤਰ੍ਹਾਂ ਉਕਾਈ ਰਹੀ ਮਾੜੀ ਮੋਟੀ ਲਿਖਤੀ ਦੇ ਵਿੱਚ। ਸੋ ਮਹਾਰਾਜ 10ਵੇਂ ਪਾਤਸ਼ਾਹ ਆਪ ਗੁਰਕਾ ਗੱਦੀ ਤੇ ਮਾਲਕ, ਆਪ ਹੀ ਪਹਿਲੇ ਪਾਤਸ਼ਾਹ ਨੇ, ਆਪ ਹੀ 5ਵੇਂ ਪਾਤਸ਼ਾਹ ਨੇ, ਆਪ ਹੀ 9ਵੇਂ ਪਾਤਸ਼ਾਹ ਨੇ। ਉਹੀ ਸਰੂਪ ਹੈ ਗੁਰੂ ਨਾਨਕ ਹੀ। ਸੋ ਗੁਰੂ ਨਾਨਕ ਪਾਤਸ਼ਾਹ ਹੀ ਹਨ। ਇਸ ਕਰਕੇ ਵਖਰੇਵਾਂ ਨਹੀਂ ਪਾਉਣਾ ਵਿੱਚ, ਇੱਕੋ ਹੀ ਰੂਪ ਹੈ। ਹੁਣ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਆਪ ਬਿਰਾਜਮਾਨ ਨੇ। ਸੋ ਵੈਰਾਗਮਈ ਉਪਦੇਸ਼ ਮਹਾਰਾਜ ਦਿੰਦੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਸੰਤ ਮਹਾਤਮਾ ਬਹੁਤ ਸਾਰੇ ਇਕੱਠੇ ਹੋ ਕੇ ਆਏ ਨੇ। ਸੰਤਾਂ ਦੀ ਮੰਡਲੀ, ਨਿਰਮਲੇ ਸਾਧੂ ਆਦਿਕ ਬਹੁਤ ਸਾਰੇ, ਹੋਰ ਕਈ ਪ੍ਰਕਾਰ ਦੇ। ਸੋ ਮਹਾਰਾਜ ਨੇ ਉਹਨਾਂ ਨੂੰ ਵੈਰਾਗਮਈ ਸ਼ਬਦਾਂ ਦੁਆਰਾ ਫਿਰ ਪਰਮੇਸ਼ਰ ਦੀ ਪ੍ਰਾਪਤੀ ਦਾ ਉਪਦੇਸ਼ ਦੇ ਕੇ ਸਰਬੱਤ ਸੰਸਾਰ ਨੂੰ ਸਾਂਝਾ ਉਪਦੇਸ਼ ਬਖਸ਼ਿਆ। ਜਿਹੜੀ ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਹੈ ਮਨ ਦੇ ਅੰਦਰ, ਉਹ 5 ਕਾਮ ਕ੍ਰੋਧ ਆਦਿ ਹੁੰਦੇ ਨੇ। ਸੋ ਇਹਨਾਂ ਨੂੰ ਤਿਆਗ ਕੇ ਹੀ ਭਗਤੀ ਕੀਤੀ ਜਾ ਸਕਦੀ। ਸੋ ਸਤਿਗੁਰੂ ਮਹਾਰਾਜ ਨੇ ਇਹੀ ਬਖਸ਼ਿਸ਼ ਕੀਤੀ ਸਾਰਿਆਂ ਨੂੰ। ਸਾਧੋ ਮਨ ਕਾ ਮਾਨ ਤਿਆਗੋ। ਮਹਾਰਾਜ ਜੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰੂ ਕਹਿੰਦੇ ਇਹ ਪ੍ਰਾਪਤੀ ਦਾ ਖੇਲ ਹੈ ਤਾਂ ਕਠਨ, ਪਰ ਇਹਨਾਂ ਦੇ ਵਿੱਚ ਜੇ ਤੁਹਾਨੂੰ ਦੱਸਦੇ ਹਾਂ ਚੀਜ਼ਾਂ ਦਾ ਤਿਆਗ ਕਰ ਦਈਏ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਸਾਧੋ, ਇਹ ਸੰਤ ਜਨੋ, ਇਹ ਸਾਧ ਸੰਗਤ, ਸਾਧੋ ਪੁਰਾਣੀ ਬੋਲੀ, ਬੋਲੀ ਦੇ ਅੱਖਰ ਬਦਲਦੇ ਰਹਿੰਦੇ ਨੇ। ਪੁਰਾਣਿਆਂ ਸਮਿਆਂ ਦੇ ਵਿੱਚ ਸਤਿਯੁਗ ਦੇ ਵਿੱਚ ਕੋਈ ਹੋਰ ਅੱਖਰ ਸਨ। ਹੌਲੀ ਹੌਲੀ ਸਾਰੇ ਯੁੱਗਾਂ ਦੇ ਵਿੱਚ ਹੋਰ ਅੱਖਰ ਬਣੇ, ਔਰ ਕਲਯੁਗ ਦੇ ਵਿੱਚ ਆ ਕੇ ਇਹ ਅੱਖਰਾਂ ਵਿੱਚ ਤਬਦੀਲੀ ਹੋਈ। ਤੋ ਸਾਧੂ ਜਨ, ਸੰਤ ਜਨ, ਭਗਤ ਜਨ, ਹਰ ਜਨ, ਐਸੇ ਐਸੇ ਅੱਖਰਾਂ ਦੀ ਬਣਤਰ ਬਣਦੀ ਗਈ। ਗੁਰਮੁਖ ਫਿਰ ਗੁਰਸਿੱਖੀ ਆਈ। ਗੁਰਮੁਖ ਪਿਆਰਿਓ, ਇਸ ਤਰ੍ਹਾਂ ਦੇ ਅੱਖਰਾਂ ਦੀ ਵਰਤੋਂ ਕੀਤੀ ਗਈ। ਭਾਈ ਦੀ ਪਦਵੀ ਦਿੱਤੀ ਗਈ। ਬਾਬਾ ਬੁੱਢਾ ਜੀ ਦੀ ਪਦਵੀ ਹੋਈ। ਬਾਬਾ ਵੱਡੇ ਨੂੰ ਕਹਿਣਾ। ਹੌਲੀ ਹੌਲੀ ਇਸੇ ਪ੍ਰਕਾਰ ਮਸਨੰਦ ਅੱਖਰ ਹੋਣ ਵਿੱਚ ਆਇਆ। ਸੋ ਮਸਨੰਦ ਅੱਖਰ ਹੌਲੀ ਹੌਲੀ ਬਦਨਾਮ ਹੋਇਆ। ਮਸੰਦ ਉਹ ਵੀ ਤਬਦੀਲ ਹੋ ਕੇ ਫਿਰ ਅੱਗੇ ਹੌਲੀ ਹੌਲੀ ਇਹ ਪਦਵੀਆਂ ਚੱਲਦੀਆਂ ਰਹੀਆਂ। ਭਾਈ ਦੀ ਪਦਵੀ ਬਹੁਤ ਦੇਰ ਚੱਲੀ। ਹਰ ਕੋਈ ਕਹਿੰਦਾ ਮੈਂ ਭਾਈ ਦੀ ਪਦਵੀ ਪ੍ਰਾਪਤ ਕਰਾਂ, ਪਰ ਇਹ ਪਦਵੀ ਬਹੁਤ ਉੱਚੀ ਸੀ। ਫਿਰ ਹਰੇਕ ਨੇ ਇਹਨੂੰ ਨਾਰਮਲ ਜਿਹਾ ਅੱਖਰ ਬਣਾ ਲਿਆ। ਉਸ ਤੋਂ ਬਾਅਦ ਮਹਾਰਾਜ ਨੇ ਸਿੰਘ ਪਦਵੀ ਦਿੱਤੀ ਖਾਲਸੇ ਨੂੰ। ਗਿਆਨੀ ਦੀ ਪਦਵੀ ਆਈ।
ਸਿੰਘ ਦੀ ਪਦਵੀ ਆਈ, ਖਾਲਸੇ ਦੀ ਪਦਵੀ ਆਈ। ਖਾਲਸਾ ਅੱਖਰ ਬਹੁਤ ਵੱਡਾ ਹੈ। ਹੁਣ ਦੇ ਯੁੱਗ ਵਿੱਚ ਖਾਲਸਾ ਲਿਖਾ ਲੈਣਾ ਬਹੁਤ ਸੌਖਾ। ਇਹ ਤਾਂ ਵੱਡੀ ਚੀਜ਼ ਹੈ ਖਾਲਸਾ। ਖਾਲਸਾ ਅੱਖਰ ਬਹੁਤ ਵੱਡਾ ਹੈ, ਪਰ ਇੱਥੇ ਤੱਕ ਜਾਣਾ ਬਹੁਤ ਔਖਾ। ਇਸ ਤਰ੍ਹਾਂ ਦੇ ਅੱਖਰ ਹੋਂਦ ਵਿੱਚ ਆਉਂਦੇ ਰਹਿੰਦੇ ਨੇ। ਸੋ ਉਹਨਾਂ ਅੱਖਰਾਂ ਨੂੰ ਜਦੋਂ ਦੇਖਿਆ ਕਿ ਹੁਣ ਇਹ ਅੱਖਰ ਕਿਸੇ ਹੋਰ ਸੰਸਥਾ ਦੇ ਨੇ, ਹੌਲੀ ਹੌਲੀ ਵੀਰ ਜੀ ਕਹਿਣ ਲੱਗ ਪਏ ਅੱਜ ਕੱਲ੍ਹ ਇਹ ਅੱਖਰ ਹੋਂਦ ਵਿੱਚ ਹੁਣ ਨਵਾਂ ਆਇਆ ਵੀਰ ਜੀ। ਉਹ ਸਾਰੇ ਅੱਖਰ ਹੀ ਕੱਟ ਮਾਰੇ ਪਿਛਲੇ। ਹੁਣ ਕੋਈ ਹੋਰ ਆਊਗਾ, ਉਹ ਕੋਈ ਹੋਰ ਹੀ ਅੱਖਰ ਕੱਢ ਦੂਗਾ। ਫਿਰ ਇਹ ਸਮੇਂ ਸਮੇਂ ਅਨੁਸਾਰ ਅੱਖਰਾਂ ਦੀ ਤਬਦੀਲੀ ਹੁੰਦੀ ਰਹਿੰਦੀ ਹੈ। ਤੇ ਇੱਥੇ ਪੁਰਾਣੇ ਸਮੇਂ ਦੇ ਵਿੱਚ ਇਹ ਸਾਧੂ ਸੰਤਾਂ ਦਾ ਇੱਕ ਬੋਲਾ ਸੀ, ਜਿਵੇਂ ਨਿਹੰਗ ਸਿੰਘ ਫੌਜਾਂ 'ਚ ਬੋਲਾ ਹੈ, ਆਓ ਫੌਜੋ ਕਿੱਧਰੋਂ ਆਏ ਹੋ। ਇੱਕ ਨੂੰ ਵੀ ਫੌਜ ਹੀ ਸਾਧਦੇ ਨੇ, ਫੌਜੀ ਮਹਾਰਾਜ ਦੀ ਫੌਜ ਹੈ। ਸੋ ਆਓ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ, ਸਾਧੋ ਮਨ ਕਾ ਮਾਨ ਤਿਆਗੋ। ਇਸ ਸਮੁੱਚੇ ਰੂਪ ਦੇ ਵਿੱਚ ਸਾਰਿਆਂ ਨੂੰ ਕਿਹਾ ਜਾਂਦਾ, ਭਾਈ ਮਨ ਦਾ ਜਿਹੜਾ ਹੰਕਾਰ ਹੈ ਇਹਦਾ ਪਹਿਲਾਂ ਤਿਆਗ ਕਰੋ। ਸਾਧਨਾ ਜੇ ਕਰਨੀ ਹੈ ਫਿਰ ਜਿਹੜੇ ਮਨ ਦੇ ਅੰਦਰ ਹੋਰ ਵਿਕਾਰ ਨੇ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿ ਨਿਸਭਾਗਾ ਰਹਾਉ। ਇੱਥੇ ਸੰਗਤ ਕਹੀ ਹੈ। ਇੱਕ ਸੰਗਤ ਹੁੰਦੀ, ਸੰਗਤ ਹੁੰਦੀ, ਸਤ ਸੰਗਤ ਹੁੰਦੀ ਹੈ। ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਸੰਤ ਸੰਗਤ, ਸਤ ਸੰਗਤ, ਸਾਧ ਸੰਗਤ, ਜੈਸੇ ਜੈਸੇ ਥਾਂ ਵੈਸੇ ਵੈਸੇ ਅੱਖਰ ਜਿਹੀ ਜੀ ਪ੍ਰਾਪਤੀ। ਹੁਣ ਮਹਾਰਾਜ ਕਹਿੰਦੇ ਨੇ ਇੱਥੇ ਕਾਮ ਕ੍ਰੋਧ ਜੋ ਵਿਸ਼ੇ ਵਿਕਾਰ ਨੇ, ਹੰਕਾਰ ਨੂੰ ਪਹਿਲਾਂ ਕਹਿ ਆਏ ਨੇ। ਸੋ ਜਿੱਥੇ ਤਿੰਨ ਆ ਗਏ ਉੱਥੇ ਦੋ ਆਪੇ ਹੀ ਆ ਜਾਂਦੇ ਨੇ। ਮੋਹ ਹੋ ਗਿਆ ਵਿੱਚ ਹੀ, ਲੋਭ ਹੋ ਗਿਆ। ਇਹ ਜਿਹੜੇ ਨੇ ਸੰਗਤ ਦੁਰਜਨ ਕੀ, ਦੁਰ ਜਨ, ਦੁਰ ਹੁੰਦੇ ਨੇ ਖੋਟੇ, ਜਨ ਖੋਟੇ ਪੁਰਸ਼ਾਂ ਦੀ ਜਿਹੜੀ ਸੰਗਤ ਹੈ, ਅਥਵਾ ਕਾਮੀ ਬੰਦਿਆਂ ਦੀ, ਕ੍ਰੋਧੀ ਬੰਦਿਆਂ ਦੀ, ਹੰਕਾਰੀ ਬੰਦਿਆਂ ਦੀ ਸੰਗਤ ਨਾ ਕਰੋ। ਕਾਮ ਇੰਨਾ ਖਤਰਨਾਕ ਨਹੀਂ ਜਿੰਨਾ ਕਾਮੀ ਪੁਰਸ਼ ਖਤਰਨਾਕ ਹੁੰਦਾ। ਕ੍ਰੋਧ ਇੰਨਾ ਖਤਰਨਾਕ ਨਹੀਂ ਜਿੰਨਾ ਕ੍ਰੋਧੀ ਤੋਂ ਡਰ ਲੱਗਦਾ। ਸੋ ਹੰਕਾਰ ਇੰਨਾ ਭੈੜਾ ਨਹੀਂ ਜਿੰਨਾ ਹੰਕਾਰੀ ਤੋਂ ਡਰ ਲੱਗਦਾ। ਸਤਿਗੁਰੂ ਕਹਿੰਦੇ ਕਾਮੀ ਪੁਰਸ਼ ਦੀ ਸੰਗਤ ਕਰਕੇ ਸਾਡੇ ਮਨ ਤੇ ਮਾੜਾ ਅਸਰ ਪੈ ਸਕਦਾ। ਵਿਕਾਰਾਂ ਦੀ ਤੇ ਵਿਕਾਰੀਆਂ ਦੋਨਾਂ ਦੀ ਸੰਗਤ ਨਾ ਕਰੋ। ਉਹਦੇ ਤੋਂ ਦਿਨ ਰਾਤ ਦੂਰ ਹੀ ਭੱਜ ਜਾਓ, ਤਾਂ ਤੇ ਇਹ ਨਿਸਭਾਗੋ ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਜੇ ਸਾਧੂ ਬਣਨਾ, ਇੱਕ ਸਾਧੂ ਸੰਤ ਗੁਰਮੁਖ ਪਿਆਰਿਆਂ ਦੀ ਡੈਫੀਨੇਸ਼ਨ ਹੈ ਸਾਰੀ ਇਹ। ਸੁਖ ਦੁੱਖ ਦੋਨੋਂ ਸਮ ਕਰ ਜਾਣੈ ਔਰ ਮਾਨ ਅਪਮਾਨਾ। ਜਿਹੜੇ ਬੰਦੇ ਸੁੱਖ ਅਤੇ ਦੁੱਖ ਨੂੰ, ਮਾਣ ਅਤੇ ਅਪਮਾਨ ਨੂੰ, ਇਹਨਾਂ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਦੇ ਨੇ। ਉਹਨਾਂ ਲਈ ਕੋਈ ਮਤਲਬ ਨਹੀਂ ਰੱਖਦੀਆਂ ਇਹ ਗੱਲਾਂ। ਉਹਨੂੰ ਸੁੱਖ ਆ ਜੇ ਤਾਂ ਇਹਨੂੰ ਖਾਸ ਗੱਲ ਨਹੀਂ, ਕਿਉਂਕਿ ਸੁੱਖ ਦੁੱਖ ਸਰੀਰ ਦਾ ਧਰਮ ਹੈ। ਜੇ ਕਿਸੇ ਨੇ ਸਾਡਾ ਸਤਿਕਾਰ ਕਰਤਾ ਤਾਂ ਕੀ ਹੋ ਗਿਆ, ਜੇ ਨਾ ਕੀਤਾ ਤਾਂ ਕੀ ਹੋ ਗਿਆ। ਇਹਨਾਂ ਗੱਲਾਂ ਨਾਲ ਕੋਈ ਖਾਸ ਗੱਲ ਨਹੀਂ। ਇਹ ਦੁਨਿਆਵੀ ਚੀਜ਼ਾਂ ਹੁੰਦੀਆਂ ਨੇ, ਕਿਉਂਕਿ ਮਨ ਇੱਕ ਥਾਂ ਜੁੜਿਆ ਹੀ ਹੋਇਆ ਜਿੱਥੋਂ ਮਾਣ ਮਿਲਣਾ। ਸੋ ਜਿਵੇਂ ਕੱਲ ਮਹਾਰਾਜ ਨੇ ਬਚਨ ਸੁਭਾਵ ਕੀ ਆਪਾਂ ਦੱਸਿਆ ਸੀ, ਮਹਾਰਾਜ ਨੇ ਕਿ ਅਕਾਲ ਪੁਰਖ ਹੀ ਨਿਮਾਣਿਆਂ ਦਾ ਮਾਣ ਹੈ। ਉਹ ਕਦੇ ਕਿਸੇ ਦਾ ਅਪਮਾਨ ਨਹੀਂ ਕਰਦੇ, ਸਭ ਦਾ ਮਾਣ ਕਰਦੇ ਨੇ। ਇਸ ਕਰਕੇ ਸਾਰੀਆਂ ਚੀਜ਼ਾਂ ਤੋਂ ਨਿਰਲੇਪ ਹੋ ਕੇ ਹੀ ਇੱਕ ਸਾਧੂ ਬਣਿਆ ਜਾ ਸਕਦਾ। ਅਰਖ ਸੋਗ ਤੇ ਰਹਿ ਅਤੀਤਾ, ਤਿੰਨ ਜਗ ਤਤ ਪਛਾਨਾ। ਮਹਾਰਾਜ ਕਹਿੰਦੇ ਇਹ ਜਿਹੜਾ ਹਰਖ ਖੁਸ਼ੀ ਹੈ, ਸੋਗ ਚਿੰਤਾ ਤੋਂ ਵੀ ਅਸੰਗ ਅਲੱਗ ਹੀ ਰਹਿੰਦਾ ਰੱਬ ਦਾ ਪਿਆਰਾ, ਕਿਉਂਕਿ ਉਸੇ ਨੇ ਜਗਤ ਵਿੱਚ ਤੱਤ ਸਿਧਾਂਤ ਰੂਪ ਪਰਮਾਤਮਾ ਨੂੰ ਪਛਾਣ ਲਿਆ। ਹਰਖ ਸੋਗ ਤੇ ਰਹਿ ਅਤੀਤਾ। ਖੁਸ਼ੀ ਹੋ ਜੇ ਸੋਗ ਹੋ ਜੇ ਉਹ ਖਾਸ ਫਰਕ ਨਹੀਂ ਪੈਂਦਾ ਉਹਨੂੰ ਕੋਈ। ਦੁਨਿਆਵੀ ਲੋਕਾਂ ਦੇ ਉੱਤੇ ਫਰਕ ਬਹੁਤ ਪੈਂਦਾ। ਮਾੜੀ ਜਿਹੀ ਖੁਸ਼ੀ ਦੀ ਗੱਲ ਹੋ ਜੇ ਸੰਭਾਲੀ ਨਹੀਂ ਜਾਂਦੀ, ਸੋਗ ਪੈਦਾ ਹੋ ਜੇ ਤਾਂ ਰੋਣ ਉੱਚੀ ਉੱਚੀ ਚੀਕਾਂ ਮਾਰਨ ਲੱਗ ਜਾਂਦੇ ਨੇ। ਪਰ ਜਿਹੜਾ ਬ੍ਰਹਮ ਗਿਆਨ ਵਿੱਚ ਹੈ ਪਦਵੀ, ਗੁਰਸਿੱਖ ਦੀ ਜਿੱਥੇ ਪਦਵੀ ਹੈ, ਸੋ ਉੱਥੇ ਉਹਨੇ ਦੋਨਾਂ ਅਵਸਥਾ ਵਿੱਚ ਹੀ ਉਹਦਾ ਹੀ ਹੁਕਮ ਮੰਨਣਾ। ਇੱਥੇ ਅਸਲ ਵਿੱਚ ਪ੍ਰੈਕਟੀਕਲੀ ਤੌਰ ਤੇ ਜਾਇਆ ਜਾ ਸਕਦਾ। ਗੱਲੀ ਬਾਤੀ ਕਦੇ ਕੋਈ ਇਸ ਤਰ੍ਹਾਂ ਦੀ ਅਵਸਥਾ 'ਚ ਨਹੀਂ ਜਾ ਸਕਦਾ, ਕਿਉਂਕਿ ਬੰਦਗੀ ਸਾਨੂੰ ਇਹਨਾਂ ਸਾਰੀਆਂ ਅਵਸਥਾਵਾਂ ਤੱਕ ਲੈ ਜਾਂਦੀ। ਬੰਦਗੀ ਤੋਂ ਬਿਨਾਂ ਜੇ ਕਹੀਏ ਕੋਈ ਇਹੋ ਜਿਹੀ ਅਵਸਥਾ ਬਣਾ ਲਵਾਂਗੇ
बड़ी मुश्किल है। उस्तत निंदा दो त्यागै खोजै पद निर्माना। महाराज कहते हैं जिहड़ा ब्रह्म ज्ञान की प्राप्ति वाला है वो उस्तति होनी किते खुश हो जाता। कोई बंदा आम दुनियावी लोग निंदिया होगी तो सूंगड़ जाता ਉਹਦਾ ਮਨ। सतगुरु कहते ने उस्तति ते निंदिया इन्हां दोहां नूं त्याग के निर्बाना हुंदा बंधना तो रहत जो आत्मक पद है ਉਹਨੂੰ खोजना करे। पहला जन नानक एहो खेल कठन है किन्हू गुरमुख जाना। महाराज कथन करते ने जिहड़ा सुख दुख मान अपमान हरख सोग नूं सम करके मनना है ये खेल कठन तो बहुत है पर किसी विरले गुरमुख ने जानना कीता। किसे किसी नूं पता है इस खेड का। सारे जाने इस खेड विच वरत नहीं सकते। आम बंदे नूं पहलां तो इन्नी ट्रेनिंग ही नहीं हुंदी। पहली गल तो कोई दसण वाला ही नहीं हुंदा किसी नूं। दूजी है कि कलयुग के समय विच लोकी आप मुहारे ही चलते ने। अपने आप ही कहते हैं मैं ही सियाणा मैं ही गुरु हाँ मैं ही चेला सब कुछ मैं आपे ही हाँ मैनू किसी तो पुछण की लोड़ ही नहीं। होर जदों बंदा समाज दीयां कुछ रीतियां हुंदियां उन्हां दा त्याग कर दिंदा। बहुत सारियां गल्लां हुंदियां ने ये हौली हौली सब चीज़ां अलोप हो गईयां। कई थावां ते हन। वड्डिआं नूं पुछ के चलना बजुर्गां नूं पुछ के चलना बजुर्गां दे हुण सत्कार घट गया। बजुर्गों का सत्कार घटिया दुनिया च। बजुर्ग की असीस बड़ी हुंदी है। बजुर्गों के अंदर तजर्बे हुंदे ने उन्हां कोले सियाणप हुंदी है। कदे जिंदगी च कोई काम करना सलाह लैनी। धन गुरु सच्चे पातशाह गुरु नानक देव जी गुरु अंगद देव जी गुरु अमरदास जी कोई भी काम गुरु घर दा होवे बाबा बुढ़ा जी नूं बुलाउणा। बाबा जी आह किवें करना चाहिए तुसीं दसो। और इत्थों तक जब पंजवें पातशाह शहीद हो गए गुरु घर के सारे काम माता गंगा जी ने संभाले। बाबा बुढ़ा जी उन्हां विच मोढी रहे। और जदों जहांगीर दे कोल जाना सी महाराज ने बुलाया सी उन्हें उस वक्त भी बाबा बुढ़ा जी भाई गुरदास जी माता गंगा जी सारे जाने मिल के बैठ के गुरमता कीता। ये नहीं हुंदा कि मैनू पता चल मैं आपे कर देना सारा कुछ। गुरु साहब ने एक मर्यादावां घड़ियां सी कि हमेशा सारा पंथ इकट्ठा बैठ के कोई सलाह करे। पंथ कोलों पुछ के चलो। पंथ विच बड़ियां बड़ियां सिरमौर हस्तियां बैठियां ने बड़े बड़े नाम रसीए बैठे ने। हुण पंथ की करदा जिहड़ी मर्यादा बनाउणी कोई चेंज करनी आ कुछ करना वो थोड़े जे बंदे आपे ही बैठे करी जांदे सारा कुछ। वो किसी महात्मा की किसी गुरमुख की किसी जथेबंदी की कोई सलाह सलूह घट ही लेंदे। सो इस करके फिर वो जदों बजुर्गों की पुराणियां की वड्डियां की तजर्बेकार बंदियां की सारी गल खत्म कर दी तो उत्थे जाके सारा कुछ खराब हो जाता। तो इस तरह महाराज कहते ने ये जिहड़ियां चीज़ां हुंदियां ने ये खेल बहुत कठिन ने। ये तजर्बे तो बिना छड्डे नहीं जांदियां चीज़ां। हंकार नूं छड्डना तो प्रैक्टिकली रूप में छड्डना पैंदा। घरे कुर्सी ते बह के हंकार नहीं छड्डिया जांदा। उहदे लई आपां नूं संगत की सेवा करनी पैनी है। फिर उहदे लई आपां नूं सिमरन करना पैना। हंकार का त्याग करन लई संगत की सेवा जोड़े झाड़ने भांडे मांजने झाड़ू देना ये हंकार की निवृत्ति करनी पैंदी। सो काम क्रोध की संगत नूं घटाउण लई गुरु की संगत विच आउणा पैंदा। और सुख ते दुख बराबर देखण लई गुरु अर्जन देव जी नूं देखो। तत्ती तवी ते बह के भी महाराज सच्चे पातशाह ने तेरा कीया मीठा लागै हर नाम पदार्थ नानक मांगा। वाहिगुरु दा कीता मिठा लग्या। सुख दुख दोनों समकर जाने ने महाराज ने। मान ते अपमान नूं समझिया ही नहीं। इन्हां सारियां चीज़ां चों नौवें पातशाह निर्लेप रहे ने आप। सतगुरु कहने जन नानक एहो खेल कठन है किन्हू गुरमुख जाना। ये किसी बिरले ने जानिया। एक शब्द विच सारी सिੱਖੀ का ही लैसन आ गया। जिन्हें सिख बनना गुरमुख बनना सिंह बनना अपने आप नूं खालसा कहाउणा आ खालसे की सारी डेफिनेशन है जिन्नी ये शब्द विच आई। और नौवें पातशाह सारे शब्दों में आपां नूं दसणगे कि सिंह खालसा गुरमुख संत साधु महात्मा की हुंदा।
अपने आप नूं कहा लेना बड़ा सौखा। गौड़ी महला नावा। शहीदां दे सरताज गुरु तेग बहादुर साहब जी महाराज गौड़ी राग दे विच बख्शिश करते हैं। साधो रचना राम बनाई। महाराज सच्चे पातशाह कहते संतो ये जिहड़ी संसार की रचना है किने बनाई? परमेश्वर ने बनाई। राम जी ने बनाई, परमेश्वर जी ने सारी रचना बनाई है। एक बिनसै एक अस्थिर मानै, अचरज लखियो न जाई रहाओ। इस विच एक बिनसै मरदा है, बिनसै तो भाव अते एक वो पुरुष जो अपने हथी मरे होए नूं साड़दा या दबदा है, पर वो अपने आप नूं अचल मनदा है। इहो गल आश्चर्य है कि इहदा भेद कुछ जाणिया नहीं जांदा, क्योंकि इस विच एक इंसान चढ़ाई करदा है, दूजा उहनूं साड़न जांदा है या दबदा है, अपने आप नूं अचल मनदा भी मैं ना मरो मरबो संसारा, मैं तो जाना ही नहीं, दुनिया नहीं जाना। तो इस तरह महाराज कहते देखो आश्चर्य जी खेड है, इहदा भेद कुछ जाणिया नहीं जांदा। विश्राम दे के फरमाउंदे ने काम क्रोध मोह बस प्राणी हर मूरत बिसराई। काम क्रोध लोभ मोह हंकार दे विकारां दे वसीकार होके बंदे ने जो हर मूरत है, हरि दा स्वरूप है, उन्होंने भुलाता है। किन्नी वारी मूरत अखर आया अकाल मूरत, सो दा अर्थ भी अकाल स्वरूप है। अकाल मूरत, हर मूरत, गुर मूरत, इस तरह के कई अखर गुरबाणी के अंदर महाराज ने बख्शिश किए ने। झूठा तन साचा कर मानियो, ज्यों सुपना रह नाई। जिवें रह नाई रात नूं सुपना आउंदा अते वो झूठ ही हुंदा। इसे तरह ये शरीर झूठा सी, पर इहने सच्चा करके मन्निया। ये शरीर झूठा है, पर इसनूं इंसान सच्चा करके मनदा। जो दिसै सो सगल विनाशै, ज्यों बादर की छाई। जो कुछ भी दिस रहा है बदलों की शाम वांगू सब नाश हो जाने वाला। इत्थे देखते हैं आप बदल, हुण धुप निकली, थोड़ी देर में बदल ही बदल छा जाने, फिर लगना पई पता नहीं हुण किन्ना चिर मींह पैना, फिर शाम नूं धुप निकल आउणी। ये बदलों की शाम वांगू है सारा कुछ संसार दे अंदर। ये धोखे वाली चीज़ है सारी दुनिया, माया, शरीर, पैसा, दौलत, जो कुछ नजर आ रहा है। जन नानक जग जान्यो मिथ्या रहियो राम सरनाई। महाराज कथन करते हैं जिस बंदे ने संसार नूं मिथ्या जानिया वो परमात्मा की शरण विच पै रहा। बस सब मिथ्या है, सब छाया माया, सब दिखावा ही है। जदों मन मान गया इस गल उत्ते कि सब कुछ दिखावा ही है, जदों ये गल का पता ही लग गया भी छड्ड ही जाना, फिर काहनूं इन्ना जोर लाउणा आपां ने, काहनूं इन्नी मेहनत करनी है। फिर इस पासे नूं, फिर मेहनत उस पासे नूं करिए जिहड़े नाल जाना, जिहने अगे सहायता करनी साडी। गौड़ी महला नावा। प्राणी को हर जस मन नहीं आवे। इस प्राणी नूं हरि दा जस करना मन विच चेते ही नहीं आउंदा, कदे मन दे अंदर मनना करना आउंदा ही नहीं। क्यों नहीं आउंदा महाराज? धन गुरु तेग बहादुर साहब महाराज फरमाउंदे ने ऐ निसमगन रहै माया में, कहो कैसे गुण गावै रहाओ। महाराज कहने दिन रात माया दे विच ही मस्त रहिंदा। उहदे विच माया का भी एक नशा है, उहदे नशियां च, उहदे विषयां च, उहदे प्रभाव थल्ले आ जांदा जीव। क्योंकि साडे मन दे उत्ते बहुत छेती प्रभाव पैंदा, देखण वालियां चीज़ां, सुणन वालियां चीज़ां दा एकदम प्रभाव पैंदा। चंगा भला जुड़िया जुड़िया मन एकदम भज के उधर ਨੂੰ चलिया जाता है। किन्ना ही टिकाव बनिया होवे मन का, एकाग्र चित हो के बैठा मन, एकदम कोई गल हो जाए यही जी उत्थे ही कहना चल ये तो फेर करांगे, पहला वो देखी, उधर ਨੂੰ भजदा। पर जिहड़े पक्के साधु ने, पक्के गुरमुख ने, वो नहीं टुटदे। वो कहते जिन्ना मर्जी कोई होई जावे सानू की लेना। जदों असीं जग नूं सुपना ही जान लिया ਉਹਦਾ त्याग कर ਦਿੰਦੇ ਨੇ। पर ਜਿਹੜੇ ਬੰਦੇ ਹਲੇ ਲੱਗੇ ਹੀ ਲੱਗੇ ਨੇ ਜਾਂ ਨਹੀਂ ਲੱਗੇ, ਉਹ ਸਾਰਾ ਦਿਨ ਮਾਇਆ ਦੇ ਵਿੱਚ ਹੀ ਮਗਨ ਹੋਏ ਰਹਿੰਦੇ ਨੇ, ਉਹ ਹਰੀ ਦੇ ਗੁਣਾਂ ਨੂੰ ਕਿਵੇਂ ਗਾ ਸਕਦੇ ਨੇ? ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਮਹਾਰਾਜ। ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਵਿੱਚ ਇਹ ਮਹਾਰਾਜ ਮਸਤ ਰਹਿੰਦਾ? ਪੂਤ ਮੀਤ ਮਾਇਆ ਮਮਤਾ ਸਿਉ ਇਹ ਵਿਦ ਆਪ ਬੰਧਾਵੈ।
महाराज कहने हुण संसार के तौर पर पुत्र भी हैगे ने ते मित्र भी हैगे ने, माया की ममता नाल इस तरह अपने आप नूं बना दिंदा है। जिस तरह छोलियां की ममता करके बांदर अपने आप नूं बना दिंदा। शिकारी जंगल दे विच जदों बांदर नूं फड़न जांदे ने, बहुत छोटे जे मूँह वाली एक मिट्टी की कुजी जी उहदे च पा के पहलां तां उहनूं खाली दब दिंदे ने, मूँह उत्ते धरती दे पैरल करके उहदा जदों बांदर देखदा होवे तां ओह देखदे फिर छोले पाउंदे ने उहदे विच। बांदर देखदा ओह छोले पा के बैठा बंदा हौली हौली उत्थों तुर जांदा, बहुत दूर चलिया जांदा। किसी दरखत दे उत्ते खड़ के ओह देखदा, बांदर हौली हौली अगे नूं वधदा, ओह देखदा कुजी दे विच छोले पए ने। बांदर दी जो हत्थ हुंदा बड़ा लंबा जिहा हुंदा, ਉਹ ਜਦੋਂ ਕੁੱਜੀ ਦੇ ਵਿੱਚ ਹੱਥ ਪਾਉਂਦਾ बहुत सौखा पै ਜਾਂਦਾ। ਛੋਲਿਆਂ ਦੀ ਮੁੱਠੀ ਭਰ ਲੈਂਦਾ ਤਾਂ ਹੱਥ ਵੱਡਾ ਸਾਰਾ ਬਣ ਜਾਂਦਾ। ਹੁਣ ਮੁੱਠੀ ਨੂੰ ਖਿੱਚਦਾ, ਉਹ ਕੁੱਜੀ ਦਾ ਮੂੰਹ ਛੋਟਾ ਹੋਣ ਕਰਕੇ ਮੁੱਠੀ ਫਸ ਜਾਂਦੀ। ਜਾਂ ਤਾਂ ਉਹ ਛੋਲੇ ਛੱਡ ਕੇ ਦੌੜ ਜਾਵੇ, ਪਰ ਉਹ ਇੰਨਾ ਕਿੱਥੇ ਪਸ਼ੂ ਦਾ ਦਿਮਾਗ ਨਹੀਂ ਹੁੰਦਾ, ਉਹ ਚੀਕਾਂ ਮਾਰਦਾ, ਨਾਲੇ ਹੱਥ ਖਿੱਚਦਾ, ਹੱਥ ਨਿਕਲਦਾ ਨਹੀਂ। ਇਹਨੇ ਨੂੰ ਸ਼ਿਕਾਰੀ ਆ ਕੇ ਜਾਲ 'ਚ ਫਸਾ ਲੈਂਦਾ ਉਹਨੂੰ। ਇੱਦਾਂ ਬਾਂਦਰ ਨੂੰ ਫੜਿਆ ਜਾਂਦਾ। ਤੋਤੇ ਵੀ ਐਂ ਫਸਾਏ ਜਾਂਦੇ ਨੇ। ਹੁਣ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਸੰਸਾਰ ਹੈ, ਇਹਦੇ 'ਚ ਪੁੱਤਰ ਮਿੱਤਰ ਮਾਇਆ ਦੀ ਮਮਤਾ ਨਾਲ ਇਹ ਬੰਦਾ ਬਾਂਦਰ ਦੀ ਤਰ੍ਹਾਂ ਬੰਨਿਆ ਹੋਇਆ, ਇਹਨਾਂ ਦੇ ਮੋਹ ਨੂੰ ਛੱਡਦਾ ਹੀ ਨਹੀਂ। ਜੇ ਕਹੀਏ ਕਿ ਬਾਣੀ ਪੜ੍ਹ, ਗੁਰੂ ਘਰ ਆ, ਕੋਈ ਆਹ ਕਰ ਆਹ ਕਰ, ਨਹੀਂ ਜੀ ਸਾਨੂੰ ਉਹ ਬੜੇ ਕੰਮ ਨੇ, ਆਹ ਉਹ ਮੁੱਠੀ ਨੂੰ ਖੋਲ੍ਹਦਾ ਹੀ ਨਹੀਂ। ਸੋ ਮਹਾਰਾਜ ਕਹਿੰਦੇ ਇਹ ਫਸ ਹੀ ਜਾਂਦਾ ਧੰਦਿਆਂ ਦੇ ਵਿੱਚ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹੋ ਜਗ, ਦੇਖ ਤਾਸ ਉੱਠ ਧਾਵੈ। ਇਹ ਸਾਰਾ ਜਗਤ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਝੂਠਾ ਹੀ ਹੈ। ਸੋ ਜਿਵੇਂ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ, ਜਿੱਥੇ ਰੇਗਿਸਤਾਨ ਦੇ ਵਿੱਚ ਦੂਰੋਂ ਪਾਣੀ ਦਿਖਦਾ, ਪਾਣੀ ਆ ਉੱਥੇ, ਔਰ ਉੱਪਰ ਨੂੰ ਭਾਫ ਜੀ ਨਿਕਲਦੇ। ਅੱਜ ਕੱਲ੍ਹ ਗਰਮੀ 'ਚ ਸੜਕ ਦੇ ਉੱਤੇ ਵੀ ਦੂਰੋਂ ਆਪਾਂ ਦੇਖੋ ਐਂ ਲੱਗਦਾ ਹੁੰਦਾ, ਦੂਰੋਂ ਸੜਕ ਦੇ ਵਿੱਚੋਂ ਭਾਫ ਜੀ ਨਿਕਲਦੀ ਨਜ਼ਰ ਆਉਂਦੀ, ਐਂ ਲੱਗਦਾ ਪਾਣੀ ਖੜਾ ਅੱਗੇ। ਇਹ ਰੇਗਿਸਤਾਨ ਵਿੱਚ ਵੀ ਹੁੰਦਾ ਇਸ ਤਰ੍ਹਾਂ ਹੀ। ਉੱਥੇ ਲੱਗਦਾ ਪਾਣੀ ਹਿਰਨ ਦੌੜਦਾ, ਉੱਥੇ ਜਾ ਕੇ ਪਹੁੰਚਿਆ, ਉੱਥੇ ਪਾਣੀ ਨਹੀਂ ਹੁੰਦਾ। ਫਿਰ ਕਿਲੋਮੀਟਰ ਤੇ ਫਿਰ ਦੇਖਦਾ, ਉਹ ਸਾਹਮਣੇ ਪਾਣੀ, ਫਿਰ ਦੌੜਦਾ, ਉਹ ਫਿਰ ਦੌੜਦਾ, ਉਹ ਦੌੜ ਦੌੜ ਕੇ ਵਿਚਾਰਾ ਪਿਆਸਾ ਮਰ ਜਾਂਦਾ। ਮਹਾਰਾਜ ਕਹਿੰਦੇ ਨੇ ਇਹ ਸੰਸਾਰ ਦੇ ਅੰਦਰ ਜੀਵ ਜਿਹੜਾ ਝੂਠੀ ਮਾਇਆ ਦੇ ਚਮਤਕਾਰੇ ਦੇਖ ਕੇ ਦੌੜਦਾ, ਪ੍ਰਾਪਤੀ ਨਹੀਂ ਹੁੰਦੀ, ਭਟਕ ਭਟਕ ਕੇ ਮਰ ਜਾਂਦਾ। ਜਿਵੇਂ ਇੱਥੇ ਬੈਠਾ ਮਹਾਰਾਜ ਦੇ ਕੋਲੇ, ਇੱਥੋਂ ਬੈਠੇ ਕਿਸੇ ਨੂੰ ਕਹਿ ਦੋ ਫਲਾਣੇ ਥਾਂ ਬੜਾ ਬਈ, ਉੱਥੇ ਬਹੁਤ ਸ਼ਕਤੀ। ਇੱਥੋਂ ਮਹਾਰਾਜ ਨੂੰ ਛੱਡ ਕੇ ਉਹ ਫਿਰ ਫਲਾਣੇ ਥਾਂ ਭਜਦਾ, ਫਿਰ ਉੱਥੇ ਕੁਛ ਨਹੀਂ ਦਿਖਦਾ, ਹੈ ਤਾਂ ਉੱਥੇ ਕੁਛ ਨਹੀਂ। ਕਿਸੇ ਨੇ ਦੱਸਿਆ ਇੱਥੇ ਨਹੀਂ ਕੁਛ, ਉਹ ਫਲਾਣੇ ਥਾਂ ਬੜਾ ਕੁਛ ਹੈ, ਫਿਰ ਉੱਥੇ ਨੂੰ ਭਜਦਾ, ਫਿਰ ਉੱਥੇ ਨੂੰ ਭਜਦਾ, ਭੱਜਿਆ ਹੀ ਜਾਂਦਾ, ਭੱਜਿਆ ਹੀ ਜਾਂਦਾ। ਫਲਾਣੇ ਥਾਂ ਬੜੀ, ਫਲਾਣੀ ਚੀਜ਼ ਵਿੱਚ ਬੜਾ ਆਨੰਦ ਹੈ, ਫਿਰ ਉੱਥੇ ਭਜਦਾ। 80-90 ਸਾਲ ਇਹ ਭੱਜ ਭੱਜ ਕੇ ਹੀ ਖਰਾਬ ਕਰ ਲੈਂਦਾ ਆਪਣੇ। ਮਹਾਰਾਜ ਕਹਿੰਦੇ ਟਿਕਾਓ ਫੇਰ ਵੀ ਨਹੀਂ ਮਿਲਿਆ ਇਹਨੂੰ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਭੁਗਤੀ ਤੇ ਮੁਕਤੀ ਦੀ ਪ੍ਰਾਪਤੀ ਦਾ ਕਾਰਨ ਜੋ ਸੁਆਮੀ ਪਰਮੇਸ਼ਰ ਹੈ, ਇਹ ਮੂਰਖ ਨੇ ਉਹਨੂੰ ਤਾਂ ਭੁਲਾ ਹੀ ਦਿੱਤਾ ਤੇ ਭੱਜਣ ਵਿੱਚ ਹੀ ਜ਼ਿੰਦਗੀ ਗਵਾ ਲਈ। ਇਹਦੇ ਨਾਲ ਤਾਂ ਇੱਕ ਜਗ੍ਹਾ ਟੇਕ ਕੇ 6 ਮਹੀਨੇ ਬਹਿ ਜੇ ਬੰਦਾ ਭਗਤੀ 'ਚ, 6 ਮਹੀਨਿਆਂ 'ਚ ਕਿਰਪਾ ਹੋ ਜਾਂਦੀ ਹੈ। ਸਾਲ ਵੱਧ ਤੋਂ ਵੱਧ ਲੱਗੇ ਤੇ ਇਹ ਭੱਜ ਭੱਜ ਕੇ ਸਾਰੀ ਜ਼ਿੰਦਗੀ ਹੰਭ ਗਿਆ, ਇਹਨੂੰ ਕੁਛ ਨਹੀਂ ਮਿਲਿਆ। ਜਨ ਨਾਨਕ ਕੋਟਨ ਮੈਂ ਕੋ, ਭਜਨ ਰਾਮ ਕੋ ਪਾਵੈ। ਪਰ ਆਪ ਹੀ ਹੁਣ ਸਤਿਗੁਰੂ ਨਿਰਣਾ ਕਰਕੇ ਕਹਿੰਦੇ ਨੇ ਕਿ ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਗੁਰਮੁਖ ਹੈ ਜੋ ਪਰਮੇਸ਼ਰ ਦੇ ਭਜਨ ਬੰਦਗੀ ਨੂੰ ਪ੍ਰਾਪਤ ਕਰਦਾ। ਇਹ ਸਾਰਿਆਂ ਨੂੰ ਭਜਨ ਬੰਦਗੀ ਮਿਲਦੀ ਨਹੀਂ। ਆਪਾਂ ਕਿੰਨਾ ਰੌਲਾ ਪਾਉਂਦੇ ਹਾਂ, ਕਿੰਨੇ ਥਾਵਾਂ ਤੇ ਕੋਈ ਕਹਿੰਦਾ ਕਿ ਭਜਨ ਕਰੋ, ਬੰਦਗੀ ਕਰੋ, ਕੋਈ ਨਹੀਂ ਕਰਦਾ। ਪੁਰਾਣਿਆਂ ਯੁੱਗਾਂ ਵਿੱਚ ਲੋਕ ਜੇ ਸੁਣ ਲੈਂਦੇ ਸੀ ਬੰਦਗੀ ਕਰਨ ਨੂੰ, ਸਤਿਯੁਗ 'ਚ ਲੋਕ ਲੱਗ ਜਾਂਦੇ ਸੀ। ਫਿਰ ਇਸੇ ਪ੍ਰਕਾਰ ਤ੍ਰੇਤੇ ਦੇ ਵਿੱਚ ਲੋਕ ਸੁਣਦੇ ਸੀ, ਥੋੜ੍ਹਾ ਜਿਹਾ ਜ਼ੋਰ ਲਵਾਉਂਦੇ ਸੀ ਪਰ ਲੱਗ ਜਾਂਦੇ ਸੀ। ਦੁਆਪਰ ਦੇ ਵਿੱਚ ਲੋਕ ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਤੋਂ ਮੁਨਕਰ ਜੇ ਹੋਣ ਲੱਗ ਪਏ, ਫਿਰ ਵੀ ਖੈਰ ਲੱਗ ਜਾਣਾ। ਕਲਯੁਗ ਦੇ ਲੋਕ ਇਹੋ ਜਿਹੇ ਨੇ, ਜੇ ਕਿਸੇ ਨੂੰ ਕਹੋ ਬੰਦਗੀ ਕਰ ਲੈ, ਉਹ ਕਹਿੰਦਾ ਤੂੰ ਕਰ ਲੈ, ਮੈਨੂੰ ਕਿਉਂ ਕਹਿਣਾ। ਇੱਥੇ ਲੋਕ ਪੁੱਠੇ ਨੇ। ਕਲਯੁਗ ਦਾ ਸਮਾਂ ਐਸਾ ਆ ਗਿਆ, ਲੋਕ ਜੇ ਤਾਂ ਕਹੋ ਆ ਬਈ ਘੁੱਟ ਲਾ ਲਈਏ, ਫਿਰ ਤਾਂ ਕਹਿੰਦੇ ਚਲੋ ਬਹਿ ਜਾਂਦੇ, ਚਾਹ ਪੀ ਲਓ ਜੀ, ਫਿਰ ਤਾਂ ਬਹਿ ਜਾਂਦਾ।
रोटी खा लो बह जाओ, कोई माड़ा काम करना चलो चलते हैं। पर जदों बंदगी करनी है, कोई गुरु घर की गल, उदों लोग गल पैण तक जाते हैं। ये क्यों कहना, मैनू नाम जपण लई क्यों कहना, बाणी करन लई क्यों कहना, आओ क्यों कहना। कलयुग की जिहड़ी संसार की रीति है, बुद्धि पुठी होई हुई है, इहदे विच पुठा पक्खा ही चलदा इहदा हमेशा। महाराज कहने कोई बिरला ही बंदा करोड़ां विचों जिहड़ा इस पासे नूं चलदा, पर फिर भी परोपकार करना साडा फर्ज है। जे ऐ आपां भज लईए अगे अगे, ये तो कोई भी नहीं लगता। महाराज कहने कुछ तो लियाओ, ना नालों तो खिंच के लियाओ। ये तो बिल्कुल ही सारिਆਂ ਦਾ ही पट्ठा बह चलिया, तो सारे ही डिग चले विकारां च नूं। कोई साधु नहीं बचिया, कोई संत नहीं बचिया, कोई प्रचारक नहीं बचिया। जे एनालिसिस करके देखते हैं कोई भी नहीं बचिया। महाराज ये तो कहने कोई भी नहीं बचिया, सारिਆਂ ਨੂੰ माया सिटी तुरी जाती है। प्रभाव ही इन्ना ज़्यादा माया का, फिर वो इस करके डिगते हैं क्योंकि असली मर्यादा का त्याग कर दिता है। जिस मर्यादा करके 10वें पातशाह ने कहा सी, जब लग खालसा रहे न्यारा तब लग तेज दिओ मैं सारा। इन्होंने की किया, वो न्यारापुणा भी छड्डता, अपना तेज पिछों बंद हो गया। जदों आपां मर्यादा ही कटती सारी, तेज सारा प्रताप मर्यादा विच सी। मर्यादा साडे पल्ले नहीं हैगी ते हुण प्रताप भी है नहीं। हुण जिहड़ा किहड़ा मर्जी खालसे जिथे मर्जी कुट पैंदी, बथेरी कुट पैंदी लोकां नूं, थां थां ते बथेरे कुटे आ लोग। वो इज्जत ही नहीं रही हुण खालसे दी। जदों खालसा ही नहीं रहा तो फिर इज्जत कित्थों रहनी सी। हरेक थाई बदनामी हुंदी, क्योंकि जिहड़ी गुरु की किरपा सी वो पिछों गुरु साहब ने कनैक्शन ही कट दिता। ते गुरु की किरपा ही नहीं है जिहदे ते ओहदी किरपा फिर तो बंद ही हो गई पिछों, तो वह आम जिहा व्यक्ति हो गया। पर जदों गुरु की किरपा वाला व्यक्ति खड़ जाता किते, उत्थे सब झुक जाते हैं। महाराज की मेहर हो जाती। रहत वाला सिंह होवे, बाणी पढ़न वाला होवे, उन्होंने तो सब चीज़ां ही रस्ता दे दिंदियां ने, क्योंकि वह गुरु का लाल बन जाता। जिहड़ा हुण गुरु का लाल ही नहीं रहा, वो तो हुण बाणी गया मिट्टी का माधो, तो उस उत्ते की किरपा होनी। जे गुरु का कोई लाल बन जाए, उन्होंने तो दरिया भी रस्ता दे देंदे ने, उन्होंने तो पहाड़ भी रस्ता दे देंदे ने, उन्होंने तो ब्रह्मंड भी सत्कार करते हैं उहदा, भी गुरु का लाल है। ये माया का लाल बनया होया, इस करके माया लाल ही इहदा नाम है। माया लाल है। महाराज कहने जब तक माया का लाल रहेगा उदों तक कुछ नहीं मिलना। गौड़ी महला नावा साधो एह मन गह्यो न जाई। धन गुरु तेग बहादुर साहब महाराज फरमाउंदे ने, संतो ये चंचल मन फड़िया नहीं जाता, बड़ा चंचल है। क्योंकि ये कला चंचल नहीं, ये नाल होर बहुत सारिया चीज़ां नाल रलियां होईयां ने। चंचल तृष्णा संग बस्त है, या ते थिर न रहाई रहाओ। चंचल माया की तृष्णा नाल बस रहा है, चंचल माया की तृष्णा विच लग्या होया। इस करके मन एक जगह टिकदा नहीं। माया भी चंचल, ये भी चंचल होया। इनू इहो तन माया पाहिया प्यारे, लीतड़ा लब रंगाए। मेरा कंत ना भावै चोला प्यारे, क्यों धन सेजा जाए। महाराज जी कहते माया की पाह ही चढ़ी पई है, इनू हमेशा माया की रंगत चढ़ी हुई है। इन्हां चीज़ां तो वखरा होकर निर्लेप नहीं हुंदा। छड्ड के भी बैठ जावे, सब कुछ छड्ड के भी बैठ जावे, तां भी परालभत तां किते जांदी नहीं हुंदी। बंदे नूं अपनी मस्तक ते लिखी परालभत ते यकीन नहीं है। बिल्कुल बैठ के बंदगी करन लग जावे, उत्थे भी माया आउंदी हुई रहिंदी है, कमी नहीं कोई रहिंदी किसे नूं। पर बंदे नूं यकीन नहीं है। विश्राम दे के कहंदे ने, कठ न क्रोध घट ही के भीतर, जे सुध सब बिसराई। जो अपने आप नूं निवृत्त होना बड़ा कठिन है। अपने आप निवृत्त नहीं हुंदा, वो क्रोध हिरदे दे विच ही बैठा। इस क्रोध ने जीव की सारी सुध बुद्ध भुलाती है। जदों गुस्सा आउंदा बस खत्म ही हो जाता बंदा। गुस्सा आउण दे नाल की हुंदा, रतन ज्ञान सब को हिर लीना, तां स्यों कछ न बसाई। सब को भाव सारिਆਂ ਦਾ जो रतन हुंदा विराग ते ज्ञान, ये सब कुछ खो ही लिया मानो क्रोध ने। तां स्यों क्रोध नाल जीव दी कोई भी बस दा चलदा ही नहीं, कोई पेश ही नहीं जाती क्रोध दे अगे। गुस्सा ही इन्ना ज़्यादा हुंदा,
ਭਾਂਡੇ ਭੰਨ ਦਿੰਦਾ ਹੈ। ਕਈ ਜਗ੍ਹਾ ਲੋਕ ਚੱਕ ਚੱਕ ਚੀਜ਼ਾਂ ਮਾਰਦੇ ਨੇ, ਕੁਰਸੀਆਂ ਮਾਰ ਮਾਰ ਕੇ ਫਰਿੱਜ ਹੀ ਤੋੜ ਦਿੰਦੇ ਨੇ, ਜਿਹੜਾ ਸਾਹਮਣੇ ਆ ਗਿਆ ਉਹਦੇ ਸਿਰ 'ਚ ਹੀ ਮਾਰ ਦਿੰਦੇ ਨੇ ਕੁਛ। ਇੰਨਾ ਗੁੱਸਾ ਕਿ ਧਰਮੀ ਬੰਦੇ ਨੂੰ ਗੁੱਸਾ ਆ ਜੇ ਤਾਂ ਧਰਮ ਖਤਮ ਹੋ ਜਾਂਦਾ। ਸੋ ਜਿਵੇਂ ਸਾਰ ਕਤਾਵਲੀ ਗ੍ਰੰਥ 'ਚ ਲਿਖਿਆ, ਕ੍ਰੋਧ ਕਰ ਧਰਮ ਹੋਤ ਵਿਭੰਗਾ। ਗੁੱਸੇ ਨਾਲ ਧਰਮ ਦਾ ਨਾਸ ਹੁੰਦਾ, ਕਾਮ ਨਾਲ ਧਰਮ ਦਾ ਨਾਸ, ਕ੍ਰੋਧ ਨਾਲ, ਲੋਭ ਨਾਲ, ਮੋਹ ਨਾਲ, ਹੰਕਾਰ ਨਾਲ। ਇਹ 5 ਚੀਜ਼ਾਂ ਧਰਮ ਦਾ ਨਾਸ ਹੀ ਕਰਦੀਆਂ ਨੇ। ਬੰਦੇ ਦੇ ਅੰਦਰੋਂ ਧਰਮ ਮੁੱਕ ਹੀ ਜਾਂਦਾ, ਉਹਦਾ ਸ਼ਾਂਤੀ ਸੁਭਾਅ ਖਤਮ ਹੀ ਹੋ ਜਾਂਦਾ, ਕਿਉਂਕਿ ਇਹ ਸਾਰੀਆਂ ਚੀਜ਼ਾਂ ਇੱਕ ਨਾ ਇੱਕ ਚੀਜ਼ ਦਿੰਦੀਆਂ ਰਹਿੰਦੀਆਂ ਨੇ। ਪਰੇਸ਼ਾਨੀ ਹੋ ਜਾਂਦੀ ਇਨਸਾਨ ਦੇ ਅੰਦਰ ਖੜੀ। ਇਸ ਕਾਮ ਕ੍ਰੋਧ ਆਦਿਕ ਲਈ ਤਾਂ ਬੜੇ ਬੜੇ ਲੋਕ ਯਤਨ ਕਰ ਰਹੇ ਨੇ, ਪਰ ਨਹੀਂ, ਗੱਲ ਬਣੀ ਨਹੀਂ। ਜੋਗੀ ਯਤਨ ਕਰਤ ਸਭ ਹਾਰੇ, ਗੁਣੀ ਰਹੇ ਗੁਣ ਗਾਈ। ਜੋਗੀ ਜਨ ਯੋਗ ਦੇ ਸਾਰੇ ਯਤਨ ਕਰਦੇ ਹੋਏ ਹਾਰ ਗਏ ਨੇ, ਤੇ ਗੁਣੀ ਜਨ ਪ੍ਰਭੂ ਦੇ ਗੁਣ ਗਾਉਂਦੇ ਹੋਏ ਥੱਕ ਗਏ ਨੇ। ਹੁਣ ਇਸ ਗੱਲ ਦੇ ਉੱਤੇ ਸਤਿਗੁਰੂ ਬਹੁਤ ਸੋਹਣਾ ਉਪਦੇਸ਼ ਕਰਦੇ ਨੇ। ਗੁਣੀ ਜਨ ਪ੍ਰਭੂ ਦੇ ਗੁਣ ਗਾਉਂਦੇ ਗਾਉਂਦੇ ਥੱਕ ਗਏ ਨੇ, ਪਰ ਉਹ ਜਿੱਤ ਨਹੀਂ ਸਕੇ। ਮਹਾਰਾਜ ਉਹ ਕਾਰਨ ਕੀ, ਇੰਨਾ ਸਭ ਕੁਝ ਕਰਕੇ ਵੀ ਨਹੀਂ ਜਿੱਤ ਸਕੇ। ਸਤਿਗੁਰੂ ਕਹਿੰਦੇ ਅਸਲ ਗੱਲ ਹੁੰਦੀ ਕਿਰਪਾ ਦੀ। ਬਾਣੀ ਤਾਂ ਸਾਰੇ ਹੀ ਪੜ੍ਹੀ ਜਾਂਦੇ ਆਪਾਂ, ਜਨ ਨਾਨਕ ਹਰ ਭਏ ਦਇਆਲਾ, ਤਉ ਸਭ ਬਿਧ ਬਨ ਆਈ। ਹੁਣ ਮਹਾਰਾਜ ਕਥਨ ਕਰਦੇ, ਜਿਸ ਵੇਲੇ ਵਾਹਿਗੁਰੂ ਜੀ ਦਿਆਲੂ ਹੋਏ ਤਾਂ ਸਾਰੀ ਵਿਧੀ ਚੰਗੀ ਬਣਾਉਣੀ, ਉਦੋਂ ਬਿਨਾਂ ਇਹ ਵਿਧੀ ਚੰਗੀ ਬਣਦੀ ਨਹੀਂ। ਜੀਵ ਦੇ ਪਾਸੋਂ ਕ੍ਰੋਧ ਦੇ ਵਸ ਕਰਨ ਦੀ ਸਾਰੀ ਵਿਧੀ ਹੁਣ ਬਣ ਆਈ ਜਦੋਂ ਉਹਦੀ ਕਿਰਪਾ ਦ੍ਰਿਸ਼ਟੀ ਹੋਈ। ਤਾਂ ਦਿਆਲਤਾ ਹੋਣੀ, ਕਿਰਪਾ ਹੋਣੀ ਇੱਕ ਅਲੱਗ ਗੱਲ ਹੁੰਦੀ। ਇਹ ਕਿਰਪਾ ਬਿਰਲੇ ਬਿਰਲੇ ਬੰਦੇ ਤੇ ਉਹ ਕਰਦਾ। ਆਪਾਂ ਤਾਂ ਇਹ ਸੇਵਾ ਸਿਮਰਨ ਸਾਰੇ ਸਭ ਕੁਝ ਕਰਦੇ ਹਾਂ, ਪਰ ਉਹਦੇ ਵਿੱਚ ਗੱਲ ਵੱਡੀ ਹੁੰਦੀ ਕਿਰਪਾ ਹੋ ਜਾਣ ਦੀ। ਕਿਰਪਾ ਨਹੀਂ ਹੁੰਦੀ ਕਿਉਂ? ਸਤਿਗੁਰੂ ਕਹਿੰਦੇ ਜਦ ਤੱਕ ਹਉਮੈ, ਜਦੋਂ ਤੱਕ ਇਹ ਕਹਿੰਦਾ ਮੈਂ ਕਰਦਾ ਹਾਂ ਸੇਵਾ, ਮੈਂ ਕਰਦਾ ਹਾਂ ਸਿਮਰਨ, ਉਦੋਂ ਤੱਕ ਵਾਹਿਗੁਰੂ ਦੀ ਕਿਰਪਾ ਨਹੀਂ ਹੁੰਦੀ। ਜਦੋਂ ਇਹ ਆਪਣੀ ਮੈਂ ਨੂੰ ਇੱਕ ਪਾਸੇ ਰੱਖ ਕੇ ਵਾਹਿਗੁਰੂ ਉੱਤੇ ਡੋਰੀ ਛੱਡ ਦਿੰਦਾ ਕਿ ਮਹਾਰਾਜ ਤੁਸੀਂ ਹੀ ਕਰਾਉਣੇ, ਜੇ ਅਸੀਂ ਕੁਝ ਕਰਨ ਜੋਗੇ ਨਹੀਂ ਹਾਂ, ਤੁਹਾਡੀ ਮਿਹਰ ਦਾ ਸਦਕਾ ਹੀ ਹੈ, ਬਹੁਤ ਨਿਮਰਤਾ ਵਾਲਾ ਬਣ ਜਾਂਦਾ, ਤਾਂ ਉਹਦੀ ਦਿਆਲਤਾ ਹੁੰਦੀ ਇਸ ਉੱਤੇ। ਦਿਆਲੂ ਵਾਹਿਗੁਰੂ ਨਿਮਰਤਾ ਨੂੰ ਦੇਖ ਕੇ ਹੀ ਹੁੰਦੇ ਨੇ ਕਿ ਦੇਖੋ ਹਉਮੈ ਨਹੀਂ ਕਰਦਾ ਹੈ, ਨਿਮਰਤਾ ਕਿੰਨੀ ਹੈ। ਔਰ ਇਹ ਨਿਮਰਤਾ ਸੰਗਤ ਵਿੱਚੋਂ ਸਿੱਖਣੀ ਪੈਂਦੀ ਹੈ, ਇਹ ਨਿਮਰਤਾ ਗੁਰਮੁਖਾਂ ਕੋਲੋਂ ਸਿੱਖਣੀ ਪੈਂਦੀ ਹੈ। ਇਸ ਤਰ੍ਹਾਂ ਨਿਮਰਤਾ ਜਦ ਤੱਕ ਪ੍ਰੈਕਟੀਕਲੀ ਲਾਈਫ ਨਹੀਂ ਨਿਮਰਤਾ ਵਾਲੀ, ਕਹਿਣ ਨੂੰ ਨਿਮਰਤਾ ਦੇ ਅੱਖਰ ਬੋਲ ਲੈਣੇ ਸੌਖੇ। ਸੱਜਣ ਠੱਗ ਨਿਮਰਤਾ ਨਾਲ ਹੀ ਬੋਲਦਾ ਸੀ, ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਸੀ, ਪਰ ਸੱਜਣ ਦਾ ਮਨ ਬੜਾ ਖੋਟਾ ਸੀ। ਮਨ ਖੋਟੇ ਤਨ ਚੋਰ। ਮਹਾਰਾਜ ਕਹਿੰਦੇ ਨਿਮਰਤਾ ਆਉਣੀ ਹੈ ਹੱਥੀਂ ਸੇਵਾ ਕਰਨ ਨਾਲ, ਤੇ ਮੂੰਹ ਨਾਲ ਬੋਲਣ ਮਿੱਠਾ, ਉਹਦੇ ਨਾਲ ਕਿਰਪਾ ਹੁੰਦੀ ਹੈ। ਗੌੜੀ ਮਹੱਲਾ ਨਾਵਾ, ਸਾਧੋ ਗੋਬਿੰਦ ਕੇ ਗੁਣ ਗਾਵੋ। ਮਹਾਰਾਜ ਕਹਿੰਦੇ ਸਾਧ ਸੰਗਤ, ਇਹ ਗੁਰਮੁਖੋ ਪਿਆਰਿਓ, ਇਹ ਸੰਤ ਜਨੋ, ਸਾਧੋ ਸਭ ਨੂੰ ਹੀ ਕਿਹਾ ਹੈ। ਇਹ ਨਹੀਂ ਹੁੰਦਾ ਕਿ ਇਹ ਰਾਗੀ ਢਾਡੀ ਪ੍ਰਚਾਰਕ ਮਹਿਕਮਾ ਸਾਰਾ, ਗ੍ਰੰਥੀ ਪਾਠੀ ਕਥਾ ਵਾਚਕ, ਉਹ ਸੋਚਦੇ ਸਾਨੂੰ ਕਿਹਾ ਹੀ ਨਹੀਂ, ਇਹ ਤਾਂ ਕਹਿੰਦੇ ਸੰਗਤ ਨੂੰ ਕਿਹਾ ਮਹਾਰਾਜ ਨੇ। ਨਹੀਂ, ਸਭ ਨੂੰ ਕਿਹਾ ਸਾਧੂ। ਸਭ ਇਹ ਸਾਧੂ ਅੱਖਰ ਵਿੱਚ ਸਾਰੇ ਹੀ ਆ ਜਾਂਦੇ ਨੇ। ਜੋ ਭਗਤੀ ਦੀ ਲਾਈਨ ਵਿੱਚ ਕੋਈ ਕਿਸੇ ਵੀ ਧਰਮ ਦਾ ਹੋਵੇ ਭਾਵੇਂ, ਉਹ ਸਭ ਨੂੰ ਹੀ ਸਾਂਝਾ ਉਪਦੇਸ਼ ਕਰਦੇ ਨੇ ਕਿ ਗੋਬਿੰਦ ਦੇ ਗੁਣ ਗਾਉਣਾ ਕਰੋ। ਨਿਤਨੇਮ ਸਾਰਿਆਂ ਲਈ ਜ਼ਰੂਰੀ ਹੈ, ਰਹਿ ਰਾਸ ਸਾਰਿਆਂ ਲਈ ਜ਼ਰੂਰੀ ਹੈ, ਸੋਹਿਲਾ ਪੜ੍ਹਨਾ ਜ਼ਰੂਰੀ ਹੈ। ਮੂਲ ਮੰਤਰ ਵਾਹਿਗੁਰੂ ਮੰਤਰ ਪੰਜਾਂ ਪਿਆਰਿਆਂ ਨੇ ਕਿਹਾ, ਬੈਠਦੇ ਉੱਠਦੇ ਸਵਾਸ ਸਵਾਸ ਕਰੀ ਜਾਓ, ਜ਼ਰੂਰੀ ਹੈ। ਇਹ ਨਹੀਂ ਹੁੰਦਾ ਕਿ ਲੋਕਾਂ ਨੂੰ ਕਹੀ ਜਾਣਾ ਤਾਂ ਆਪ ਕਰਨਾ ਨਾ, ਆਪ ਵੀ ਮਾਲਾ ਕਰਨੀ ਹੈ, ਆਪ ਪਹਿਲਾਂ ਕਰਨੀ ਆ ਫਿਰ ਦੂਜੇ ਤੇ ਕਰਾਉਣੀ ਆ। ਜਿੰਨਾ ਵੀ ਹੋ ਜੇ ਸਵਾਸ ਸਵਾਸ ਸਿਮਰਨ ਕਰਨਾ, ਦੁਨੀਆ ਦਾ ਭਲਾ ਹੀ ਭਲਾ ਹੈ ਉਹਦੇ ਵਿੱਚ। ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹਿ ਗਵਾਵੋ ਰਹਾਓ। ਇਹ ਅਮੋਲਕ ਮਨੁੱਖਾ ਜਨਮ ਬਹੁਤ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੋਇਆ, ਛੋਟੀ ਜਿਹੀ ਚੀਜ਼ ਨਹੀਂ ਮਨੁੱਖਾ ਜਨਮ। ਪਰ ਇਹਨੂੰ ਵਿਅਰਥ ਕਿਉਂ ਗਵਾਉਂਦੇ? ਮਹਾਰਾਜ ਕਹਿੰਦੇ ਕਿਉਂ ਖਰਾਬ ਕਰੀ ਜਾਂਦੇ ਹੋ? ਖਾਣੇ ਪੀਣੇ ਖਾ ਕੇ ਸੌਂ ਕੇ। ਤੇ ਇਸ ਤਰ੍ਹਾਂ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲਾ ਜਾਏ। ਇਹ ਜਨਮ ਸਾਨੂੰ ਸੌਣ ਨੂੰ ਨਹੀਂ ਦਿੱਤਾ, ਆਰਾਮ ਥੋੜਾ ਜਿਹਾ ਕੀਤਾ ਬਸ। ਇਹ ਜਨਮ ਸਾਨੂੰ ਖਾਣ ਨੂੰ ਨਹੀਂ ਦਿੱਤਾ, ਸਿਰਫ ਵੀ ਖਾ ਲਿਆ ਸੌਂ ਲਿਆ। ਖਾਣਾ ਪੀਣਾ, ਹੱਸਣਾ ਸੌਣਾ,
विसर गया है मरना, खसम विसार खुआरी कीनी, त्रिग जीवन नहीं रहना। ये जन्म जिस काम नूं मिलिया वो काम करो, फिर जाना ही नहीं इत्थों, इत्थे किते बहुता समा नहीं रहना। महाराज कहते वाट ना करे मामला जाना मेहमान। अपने आप नूं दुनिया च मेहमान समझ के रहो कि बहुता समा इत्थे नहीं रहना, बाला चिर नहीं कढ़ना है, जाना भी है। जिथे जाके रहना वो थां होर है, इत्थे ते सिर्फ आपां कुछ समय लई नाम की कमाई करना है बस। वो नाम की कमाई खट्टी खट के आपां अपने जीवन नूं सफला करन ही आए हैं। इत्थे विश्राम दे के महाराज नौवें पातशाह फरमाउंदे ने, धन गुरु तेग बहादुर साहब, पतित पुनीत दीन बंद हर, सरन ताहे तुम आवो। जो पापियां नूं पवित्र करन वाला है अते गरीबां दा संबंधी वाहिगुरू आप है, ओहदी शरण विच तुसीं आउणा करो। गज को त्रास मिटियो जे सिमरत, तुम काहे बिसरावो। जिन्हों सिमरदियां हाथी दा डर मिट गया सी, तुसीं भी क्यों भुलाता। हरिहर क्षेत्र ते पटना साहब तो 70 किलोमीटर दूर मुजफ्फर नगर जिहड़ा पैंदा, ये दो ने, मुजफ्फरपुर ते मुजफ्फर नगर। इन्हां दा भुलेखा लग जांदा थोड़ा जिहा। सो इस करके वो थां दे उत्ते एक हरिहर क्षेत्र है जिथे बहुत बड़ा तीर्थ स्थान है, सारे हिंदू मत वाले लोग नहाउण जांदे ने। उत्थे हाथी पानी पीण गया, पानी दे विच वड़ गया। पानी दे विच उत्थे सी तंदूआ, समुंदर विच हुंदा तंदूआ बहुत वड्डा, इक्को ही अख जी हुंदी है, कई लत्तां बाहां जी हुंदियां इहदियां, ते जदों जकड़बंद मार लैंदा किसी चीज़ नूं फिर खा ही जांदा बस। इहने हाथी दे पैरां नूं जकड़बंद मारिया, फड़ लिया। वो कमल दा फुੱਲ उत्थे तरदा सी विच, ते हाथी ने सुंड नाल कमल दा फुੱਲ तां नूं चुक के अकाल पुरख दे चरनां 'च बेनती कीती, मेरी रखिया करो। उत्थे परमात्मा फिर सुदर्शन चक्कर लैके आके तंदूए दी तारा सुदर्शन चक्कर नाल कट के हाथी नूं बचा लिया सी। वो सतगुरु नौवें पातशाह ने भी लिखिया, इत्थे भी ते लिखिया, बल छुटकियो बंधन परे कछु ना हो तो पाए, कहो नानक अब ओट हर गज ज्यों हो सहाय। गज नाम हाथी दा। तो ये महाराज ने परख लैण वास्ते 10वें पातशाह कोल लिख के भेजिया सी। 10वें पातशाह ने अगे जवाब दिता सी, बल होआ बंधन छुटे सब किश होत उपाय, नानक सब किश तुमरे हाथ में, तुम ही होत सहाय। पुराने सरूपां विच लिखिया होया पातशाही 10वीं हौली हौली मेटिया गया बाद विच। जिन्ना क मैनूं पता मैं इन्ना क दस सकदा। असलीयत की है ये ब्रह्म ज्ञानी जाणदे ने, पर पटना साहब जिहड़ा सरूप है उहदे च पातशाही 10वीं लिखिया होया। सो इस तरह करन दे नाल वो जिहड़ा सी हाथी कोलों हाथी नूं बचाया तंदूए तो। इत्थे भी महाराज ने प्रमाण दिता, गज को त्रास मिटियो जे सिमरत तुम काहे बिसराव। हाथी ने सिमरिया, कमल दा फुੱਲ उत्ते नूं करके बेनती कीती सी तां ओहदा डर मिटाता, तुसीं क्यों भुलाता उहनूं। ताज अभिमान मोह माया फुन, भजन राम चित लावो। जाति ते विद्या दे हंकार नूं अते माया दे मोह नूं त्याग के परमात्मा दे भजन सिमरन विच चित बिरती नूं तुसीं लाओ। तुसीं काहनूं भुलाई जांदे हो। नानक कहत मुक्त पंथे हो, गुरमुख होए तुम पावो। महाराज कथन करदे नाम दी जिहड़ी है ना बख्शिश बहुत भारी है, ये क्योंकि नाम ही मुक्ति की प्राप्ति का रस्ता है। तुसीं गुरमुख हो के गुरां द्वारा इस नाम की प्राप्ति करके अभ्यास करके अपने जीवन को सफला करो। 220 अंग ते महाराज 6वां शब्द बख्शिश करते हैं। गौड़ी महला नावा, को माई भूलियो मन समझावै। 9वें पातशाह गौड़ी राग च बख्शिश करते हैं, माई तो भाव है भाई। कोई यह जिहा है जो मेरे भुले हुए मन नूं, जो माया पति परमात्मा तो भुलिया मन है, इनू समझाउणा करे मेरे मन नूं कोई भी तू किधर लग्या फिरदा। इनू इन्ने धार्मिक ग्रंथां ने सिक्ख्या दित्ती है। वेद पुराण साध मग सुन कर निमख न हर गुण गावै रहाओ। ये वेदां पुराणां ते संतां पासों वाहिगुरू की प्राप्ति का रस्ता सुन के भी एक निमख मात्र परमात्मा के गुणां नूं गाउंदा नहीं है।
ਮਹਾਰਾਜ ਕੋਲ ਸਾਰੇ ਤਰ੍ਹਾਂ ਦੇ ਸਾਧੂ ਸੰਤ ਜਦੋਂ ਆਉਂਦੇ, ਸਤਿਗੁਰੂ ਉਹਨਾਂ ਨੂੰ ਉਹਨਾਂ ਦੇ ਢੰਗ ਨਾਲ ਦੱਸਦੇ, ਭਾਈ ਤੁਸੀਂ ਵੇਦ ਪੜ੍ਹਦੇ ਹੋ, ਪੁਰਾਣ ਪੜ੍ਹਦੇ ਹੋ, ਸਾਧੂਆਂ ਦਾ ਰਸਤਾ ਦੇਖ ਜਾਣਦੇ ਹੋ, ਸਭ ਕੁਝ ਜਾਣਦੇ ਹੋਏ ਵੀ ਤੁਸੀਂ ਪ੍ਰਮਾਤਮਾ ਦਾ ਨਾਮ ਨਹੀਂ ਜਪਦੇ। ਦੁਰਲੱਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਮਹਾਰਾਜ ਕਹਿੰਦੇ ਜੋ ਮਨੁੱਖਾ ਦੇ ਪ੍ਰਾਪਤ ਹੋਣੀ ਬੜੀ ਦੁਰਲੱਭ ਹੈ, ਇਹੀ ਜੀ ਮਨੁੱਖਾ ਦੇਹੀ ਪਾ ਕੇ ਤੂੰ ਆਪਣੇ ਅਮੋਲਕ ਜਨਮ ਨੂੰ ਵਿਅਰਥੀ ਸਰਾਵੈ ਹੁੰਦਾ ਬਤੀਤ ਕਰ ਰਿਹਾ। ਕਿਉਂ ਗਵਾ ਰਿਹਾ ਜਨਮ ਨੂੰ? ਨਾਮ ਨਹੀਂ ਜਪਦਾ। ਮਹਾਰਾਜ ਆਪਾਂ ਨੂੰ ਬਾਰ-ਬਾਰ ਉਪਦੇਸ਼ ਕਰਦੇ ਨੇ। ਸਾਰੀ ਬਾਣੀ ਦਾ ਮਕਸਦ ਨਿਸ਼ਾਨਾ ਇੱਕੋ ਹੀ ਕਿ ਮਨੁੱਖ ਨੂੰ ਨਾਮ ਜਪਣ ਲਈ ਲਾਉਣਾ। ਮਾਇਆ ਮੋਹ ਮਹਾ ਸੰਕਟ ਬਨ, ਤਾਸਿਉ ਰੁਚ ਉਪਜਾਵੈ। ਮਾਇਆ ਦਾ ਜੋ ਮੋਹ ਹੈ ਇਹੋ ਬੜਾ ਸੰਕਟ ਦੁਖਦਾਈ ਬਨ ਹੁੰਦਾ, ਜੰਗਲ ਹੈ। ਉਹਦੇ ਨਾਲ ਤੂੰ ਆਪਣੇ ਦਿਲ ਦੀ ਜਿਹੜੀ ਰੁਚ ਹੁੰਦੀ ਖਵਾਇਸ਼ ਪੈਦਾ ਕਰਦਾ ਰਹਿਣਾ, ਇਹਦੇ ਨਾਲ ਜੁੜਨਾ। ਸੋ ਜਿਵੇਂ ਆਪਾਂ ਪੰਕਤੀ ਪੜ੍ਹਦੇ ਹਾਂ ਇਹਦੀ ਬਾਣੀ ਦੀ, ਵਿਸ਼ਰਾਮ ਹੁਣ ਅਸੀਂ ਤਾਂ ਪਕਾਏ ਹੋਏ ਨੇ, ਸਾਨੂੰ ਪਤਾ ਕਿੱਥੇ ਵਿਸ਼ਰਾਮ ਜਾ ਕੇ ਲੱਗਣਾ। ਸੁਣਨ ਵਾਲੇ ਨੂੰ ਬੜਾ ਸੌਖਾ ਲੱਗਦਾ, ਪਰ ਜੇ ਤੁਹਾਨੂੰ ਇਹ ਬਾਣੀ ਪੜ੍ਹਨੀ ਪੈ ਜੇ ਤੁਸੀਂ ਤੇ ਵਿਸ਼ਰਾਮ ਨਹੀਂ ਲਾ ਸਕਦੇ, ਕਿਉਂਕਿ ਇਹ ਵਿਸ਼ਰਾਮ ਹੀ ਇਸ ਢੰਗ ਦੇ ਨੇ। ਇਹਦੇ ਪਤਾ ਨਹੀਂ ਲੱਗਣਾ ਕਿੱਥੇ ਖੜਨਾ ਵਿਚਾਲੇ ਜਾ ਕੇ। ਇਸ ਕਰਕੇ ਇਹਦੀ ਨਾਲ ਸੰਥਿਆ ਹੋ ਸਕਦੀ ਹੈ। ਕੋਈ ਪੋਥੀ ਪ੍ਰਕਾਸ਼ ਕਰੇ ਤਾਂ ਸੰਥਿਆ ਕਰ ਲੈਂਦਾ ਨਾਲ ਉਹ, ਪਰ ਸੁਣਨਾ ਬੜਾ ਸੌਖਾ ਲੱਗਦਾ ਹੁੰਦਾ ਕਿ ਸੁਣ ਰਹੇ ਹਾਂ, ਪਰ ਇਹਨੂੰ ਕਰਨਾ ਜਿਹੜਾ ਉਹ ਜ਼ਿਆਦਾ ਔਖਾ ਹੁੰਦਾ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਉ ਨੇਹੁ ਨ ਲਾਵੈ। ਜੋ ਵਾਹਿਗੁਰੂ ਅੰਦਰ ਬਾਹਰ ਸਦਾ ਹੀ ਅੰਗ ਸੰਗ, ਉਹਦੇ ਨਾਲ ਤੂੰ ਪ੍ਰੇਮ ਨਹੀਂ ਲਾਉਂਦਾ। ਤੇਰੇ ਅੰਦਰ ਵੀ ਹੈ, ਤੇਰੇ ਬਾਹਰ ਵੀ ਹੈ, ਉਹਨੂੰ ਕਦੇ ਨਹੀਂ ਕਹਿੰਦਾ ਮੇਰੇ ਅੰਦਰ ਹੈ ਬਾਹਰ ਹੈ। ਉਹ ਜਿਹੜਾ ਪਿਆਰਾ ਵਾਹਿਗੁਰੂ ਸਾਡੇ ਕੋਲ ਰਹਿੰਦਾ ਹਰ ਵਕਤ, ਉਹ ਜਿਹੜਾ ਸਾਡੀ ਮਦਦ ਕਰਦਾ ਸਾਡੇ ਸਰੀਰ ਦੀ। ਸਰੀਰ ਹੈ ਕੀ ਚੀਜ਼? ਮਾਸ ਜਿਹਾ, ਐਵੇਂ ਹੱਡੀਆਂ ਜੀਆਂ, ਕੱਸ ਕੇ ਇੱਕ ਡੰਡਾ ਮਾਰਿਆ ਹੋਵੇ, ਲੱਤਾਂ ਬਾਹਾਂ ਸਭ ਟੁੱਟ ਜਾਂਦੀਆਂ, ਕੀ ਚੀਜ਼ ਹੈ? ਪਰ ਫੇਰ ਵੀ ਦੇਖ ਲਓ ਵਾਹਿਗੁਰੂ ਇੰਨੀ ਰੱਖਿਆ ਕਰਦਾ ਇਹਦੀ ਸਰੀਰ ਦੀ, ਉਹ ਅੰਦਰ ਬਾਹਰ ਨਾਲ ਤਾਈਓ ਰੱਖਿਆ ਹੁੰਦੀ ਇਹਦੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ, ਦੰਤ ਜੀਭ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਦੇਖ ਲਓ ਵੀ ਜੀਭ ਕਿੰਨੀ ਪੋਲੀ ਹੈ ਤੇ ਦੰਦ ਚਾਰੇ ਪਾਸੇ ਕਿੰਨੇ ਸਖਤ ਨੇ, ਪਰ ਜੀਭ ਨੂੰ ਕਦੇ ਆਂਚ ਨਹੀਂ ਆਉਂਦੀ। ਪਰਮਾਤਮਾ ਜਿਵੇਂ ਜੀਭ ਨੂੰ ਬਚਾ ਕੇ ਰੱਖਦਾ ਦੰਦਾਂ ਤੋਂ, ਬੰਦੇ ਨੂੰ ਵੀ ਇਸ ਤਰ੍ਹਾਂ ਕਈ ਮੁਸੀਬਤਾਂ ਤੋਂ ਬਚਾ ਕੇ ਰੱਖਦਾ। ਵਾਹਿਗੁਰੂ ਰਾਖਾ ਹੈ। ਕਈ ਵਾਰ ਐਕਸੀਡੈਂਟ ਦੇਖਦੇ ਹੁੰਦੇ, ਗੱਡੀਆਂ ਲੱਗਦੀਆਂ ਖਤਮ ਹੀ ਹੋ ਜਾਂਦੀਆਂ, ਉੱਡੀ ਜਾਂਦੀ ਬਾਡੀ ਸਾਰੀ ਗੱਡੀ ਦੀ। ਆਪਾਂ ਕਹਿੰਦੇ ਲੈ ਵੀ ਬੰਦੇ ਦਾ ਚੂਰ ਚੂਰ ਹੋ ਗਿਆ ਹੋਣਾ, ਪਰ ਕਹਿੰਦੇ ਬੰਦੇ ਨੂੰ ਝਰੀਟ ਵੀ ਨਹੀਂ ਆਈ। ਉਹ ਕੌਣ ਰੱਖਦਾ? ਉਹ ਵਾਹਿਗੁਰੂ ਆਪ ਬਚਾਉਂਦਾ। ਸਤਿਗੁਰੂ ਕਹਿੰਦੇ ਜਿਹੜਾ ਤੇਰੇ ਅੰਦਰ ਹੈ, ਜਿਹੜਾ ਤੇਰੇ ਬਾਹਰ ਹੈ, ਉਹ ਤੈਨੂੰ ਹਰ ਵਕਤ ਬਚਾਉਂਦਾ ਹੈ, ਤੈਨੂੰ ਰੱਖਦਾ ਹੈ। ਤੂੰ ਉਹਦਾ ਕਦੇ ਧੰਨਵਾਦ ਨਹੀਂ ਕਰਦਾ, ਕਦੇ ਨਹੀਂ ਕਹਿੰਦਾ ਰੱਬਾ ਤੇਰਾ ਬਹੁਤ ਧੰਨਵਾਦ। ਜਿਹਦੇ ਆਪਾਂ ਤੁਰਦੇ ਬੈਠਦੇ ਉੱਠਦੇ ਹਰ ਵਕਤ ਉਹਨੂੰ ਸਾਡਾ ਖਿਆਲ ਰੱਖਣਾ। ਜਿਵੇਂ ਮਾਂ ਛੋਟੇ ਜਿਹੇ ਬੱਚੇ ਦਾ ਬਹੁਤ ਖਿਆਲ ਰੱਖਦੀ ਹੈ, ਸੰਭਾਲ ਕੇ ਰੱਖਦੀ ਹੈ, ਇਸੇ ਤਰ੍ਹਾਂ ਪਰਮਾਤਮਾ ਸਾਡਾ ਮਾਤਾ, ਪਰਮਾਤਮਾ ਹੀ ਪਿਤਾ, ਉਹ ਹਰ ਵਕਤ ਸਾਡਾ ਧਿਆਨ ਰੱਖਦੇ ਨੇ, ਖਾਣ ਪੀਣ ਪਹਿਰਾਉਣ। ਅੱਜ ਰੱਬ ਸਾਡਾ ਧਿਆਨ ਕਰਨਾ ਛੱਡ ਦੇਵੇ, ਆਪਾਂ ਸਕਿੰਟ ਵੀ ਨਹੀਂ ਕੱਢਣਾ, ਉੱਥੇ ਹੀ ਪੁੱਠੇ ਹੋ ਜਾਣਾ ਸਭ ਨੇ। ਇੰਨੀ ਆਪਣੀ ਛਤਰ ਛਾਇਆ ਥੱਲੇ ਉਹ ਪਾਲਦਾ ਸਾਨੂੰ, ਪਰ ਫਿਰ ਵੀ ਸਾਡੇ ਮੂੰਹ ਚੋਂ ਕਦੇ ਵਾਹਿਗੁਰੂ ਅੱਖਰ ਨਹੀਂ ਨਿਕਲਦਾ। ਫਿਰ ਵੀ ਅਸੀਂ ਉਹਦਾ ਧੰਨਵਾਦ ਕਰਕੇ ਨਹੀਂ ਕਹਿੰਦੇ ਮੈਂ ਤੇਰਾ ਨਾਮ ਜਪਦਾ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਸਿਉ ਨੇਹੁ ਨ ਲਾਵੈ। ਉਹਨਾਂ ਪਿਆਰ ਨਹੀਂ ਲਾਉਂਦਾ। ਨਾਨਕ ਮੁਕਤ ਤਾਹੇ ਤੁਮ ਮੰਨਹੁ, ਜੇ ਘਟ ਰਾਮ ਸਮਾਵੈ। ਤੁਸੀਂ ਉਹ ਬੰਦੇ ਨੂੰ ਮੁਕਤ ਰੂਪ ਜਾਣੋ ਜਿਹਦੇ ਹਿਰਦੇ 'ਚ ਰਾਮ ਦਾ ਨਾਮ ਸਮਾ ਗਿਆ, ਵਸ ਗਿਆ, ਜਿੱਥੇ ਪ੍ਰਕਾਸ਼ਮਾਨ ਹੋ ਗਿਆ ਨਾਮ, ਹੋਂਦ ਹੋ ਗਈ ਉਹਦੀ ਨਾਮ ਦੀ। ਸਾਰੇ ਹਾਲ ਦੇ ਵਿੱਚ ਟਿਊਬਾਂ ਲੱਗੀਆਂ, ਬਲਬ ਲੱਗੇ ਨੇ, ਰਾਤ ਦਾ ਟਾਈਮ ਹੈ, ਪਰ ਉਹ ਜਗਦੇ ਨਹੀਂ। ਜੇ ਉਹ ਨਹੀਂ ਜਗਦੇ ਤਾਂ ਇੱਥੇ ਹਨੇਰਾ ਰਹੇਗਾ, ਫਿਰ ਜੇ ਜਗਾ ਦਈਏ ਤਾਂ ਚਾਨਣ ਹੋ ਜਾਣਾ। ਇਹਨੂੰ ਕਹਿੰਦੇ ਨੇ ਕਿ ਹਾਂ ਇੱਥੇ ਚਾਨਣ ਹੋ ਗਿਆ। ਸੋ ਜਿਹੜੇ ਘਰ ਦੇ ਵਿੱਚ ਉਜਾੜ 'ਚ ਘਰ ਬਣੇ ਨੇ, ਜਿੱਥੇ ਕੋਈ ਰਹਿੰਦਾ ਨਹੀਂ, ਉੱਥੇ ਹਰ ਟਾਈਮ ਹਨੇਰਾ ਹੀ ਰਹਿੰਦਾ। ਕਹਿੰਦੇ ਇਹ ਤਾਂ ਉਜੜਿਆ ਹੋਇਆ ਘਰ, ਇੱਥੇ ਕੋਈ ਬਸਦਾ ਹੀ ਨਹੀਂ। ਪਰ ਜਦੋਂ ਮਾਲਕ ਆ ਕੇ ਉੱਥੇ ਸਫਾਈ ਕਰਕੇ ਟਿਊਬਾਂ ਲਾਈਟਾਂ ਜਗਾ ਦਿੰਦਾ, ਕਹਿੰਦੇ ਇਹ ਘਰ ਬਸਦਾ ਰਸਤਾ। ਮਹਾਰਾਜ ਕਹਿੰਦੇ ਤੁਹਾਡੇ ਹਿਰਦੇ 'ਚ ਪਰਮਾਤਮਾ ਦਾ ਵਾਸਾ, ਪਰ ਤੁਸੀਂ ਦਾ ਪ੍ਰਕਾਸ਼ ਨਹੀਂ ਕਰ ਸਕੇ ਅੰਦਰ ਮਿਹਨਤ ਕਰਕੇ। ਤੁਹਾਡਾ ਘਰ ਵੀ ਉਜੜਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਡੰਗਰ ਵਿੱਚ ਫਿਰਦੇ ਨੇ, ਆਸਾ ਤ੍ਰਿਸ਼ਨਾ ਵੱਡੀਆਂ ਵੱਡੀਆਂ ਡੈਣਾ ਫਿਰਦੀਆਂ ਇਹਦੇ 'ਚ। ਇਹ ਘਰ ਦੇ ਅੰਦਰ
हंगता दे जाले लगे हुए ने। इस करके इस घर दे अंदर पता नहीं की कुछ है हिरदे विच। ते जिदण मालक बैठ गया, मालक इहदा कौन है? हिरदे दा मन। वो मन चंचल जिहड़ा वो बाहर ही रहिंदा, हमेशा परदेसी होया रहिंदा। महाराज जी इहनूं आवाज़ मारदे ने बाणी च, मन परदेसी वे प्यारे आओ घरे, घरे आके बैठ, तू अपने हिरदे नूं संभाल। एक तेरे हिरदे च शुभ गुण ने, वो शुभ गुण दब गए ने, बड़ा बड़ा घाह खड़ा हो गया इत्थे, हौमे दा, हंगता, ममता, विकारां दा घाह। तू आके घर नूं साफ कर, तू तो बाहर ही तुरिया फिरदा रहना। जिदण मन अपने घर च मुड़ आउंदा उदण मन बंदगी च लग गया, घर च आ गया, उदण ही अपनी किरपा महाराज दी हो जाती, प्रकाश हो जाता। महाराज कहते हैं रब दे चरनां च ही टिकाओ है, होर किते टिकाओ नहीं मिलना तुहानूं। गौड़ी महला नावा। नौवें पातशाह गौड़ी राग च फरमाउंदे ने, साधो राम सरन विश्रामा। महाराज कहने संतो गुरमुखो प्यारिओ भगतो गुरसिखो भाई, तुसी राम परमेश्वर की शरण में स्थिति करो, टिकाओ करो, ਉਹਦੇ ਚਰਨਾਂ ਨਾਲ ਜੁੜੋ। वेद पुराण पढ़े को यह गुण, सिमरे हर को नामा रहाओ। वेदां पुराणां दे पढ़न दा इहो गुण हुंदा, लाभ हुंदा, जिहड़ा हरि दा नाम सिमरना है। जे बंदा वेद पढ़ ले चारे, पुराण भी पढ़ ले 18, शास्त्र भी पढ़ ले 6, उपनिषदां भी पढ़ लियां, सारे ग्रंथ पढ़ ले बंदे ने, कोई ग्रंथ ना छड्डे धार्मिक, ਉਹਦਾ कोई फायदा नहीं ਜਦੋਂ तक ਉਹਦੇ ਵਿੱਚ लिखी हुई सिक्ख्या ਨੂੰ ਕਮਾਉਂਦਾ नहीं, ਜਦੋਂ तक परमात्मा ਦਾ नाम नहीं जपदा। वेदा में नाम उत्तम सो सुन है नाही, फिर है जो बेतालिया। सिमरत वेद पुराण पुकारन पोथियां, नाम बिना सब कूड़ गाली होछियां। सिमरतियां शास्त्र की कहते नाम जपो। पर बंदा उन्होंने पढ़ के हंगता सहित होके, मैनू बड़ा ज्ञान हो गया, मैनू बड़ी नॉलेज है इन्हां गल्लां दी, वो नॉलेज ही तो मारदी है सानू। क्योंकि पढ़ लिख के बंदे नू जिहड़ा ज्ञान हो गया, उस ज्ञान ने हंकार दे दिता इनू। ताइयों सतगुरु कहते पढ़िया मूर्ख आखिया जिस लब लोभ अहंकारा। क्योंकि उन्हें जिहड़ी सिक्ख्या सी वो कमाई नहीं, माया दे मगरी लग गया, नाम जपिया ही नहीं। लोभ मोह माया ममता फुन, औ बेख्यान की सेवा। काम क्रोध लोभ मोह हंकार, फिर माया दी ममता अते विषयां दी सेवा करनी, विषयां दा भोगना। हरख सोग परसै जिह नाहन, सो मूर्त है देवा। हरख सोग सारे विकार जिन्हों पहुंचते ही नहीं, वो संसार दे विच देवा मूर्त भाव प्रकाश रूप परमेश्वर का ही स्वरूप बन जाता है। सो मूर्त है देवा। इत्थे देवा परमात्मा नूं कहा, देवा प्रकाश रूप। कई कहते कि कल्ला ही धन गुरु नानक कहो, यह गुरु नानक देव जी ना कहो, यह हिंदुआं दा अखर है देव। वो देवा नहीं, देवा प्रकाश रूप नूं कहंदे ने। इत्थे देखो सो मूर्त है देवा। देवा मूर्त कौन है? प्रकाश मूर्त कौन है? परमात्मा। हर मूर्त अकाल मूर्त कि नहीं नाम ने उहदे। ये सारे संसार के लोग एक दूजे नूं नफरत करते हैं, धर्मां नूं नफरत करते एक दूजे नूं। ओ माड़ा, ओ माड़ा। ये माड़ा कोई भी नहीं, पर माड़ा इन्हां दा मन ही है। हरेक दा मन माड़ा, कदे मिले नहीं वरते नहीं किसी नूं, इस करके सब नूं माड़ा कही जाते हैं। माड़ा तो कोई भी नहीं, माड़े तो आपां ही है। सतगुरु महाराज कहते ने, कबीर सब ते हम बुरे, हम तज भलो सब कोई। सो इस करके असीं भी माड़े हैं, असीं भी बुरे हैं, ताइयों सानूं दूजा बुरा लगदा। जे असीं चंगे होईए तो सारी दुनिया ही सानूं चंगी लगे। सुरग नरक अमृत बिख ये सब, त्यों कंचन अर पैसा। स्वर्ग ते नरक, अमृत ते जहर, इन्हां सबनां नूं एक सार जानदा रब दा प्यारा। सोना ते पैसे तांबे नूं एक सार ही जानदा है। उस्तत निंदा ये समझा कै, लोभ मोह फुन तैसा। उस्तति हो गई, निंदिया हो गई, इनू एक समान ही समझदा है। उवें ही जिसनूं लोभ ते संतोख, मोह ते विराग एक बराबरी है। वो क्योंकि इस कैटागरी चों बाहर ही चलिया गया। जिवें जहाज है, जहाज जदों उड़ जाता है, धरती दीयां सारियां गल्लां उहदे ते लागू नहीं हुंदियां फिर, क्योंकि धरती दे उत्ते तां कई कानून ने। लाल बत्तियां, हरियां बत्तियां दे कानून ने, सड़क दे कानून ने, विच मकान ने,
ਸਮੁੰਦਰ ਜਹਾਜ਼ ਲਈ ਨਾ ਸਮੁੰਦਰ, ਨਾ ਬੱਤੀਆਂ, ਨਾ ਫਰੀ ਵੇ, ਨਾ ਕੁਛ ਵੀ ਨਹੀਂ, ਕੁਛ ਨਹੀਂ ਆਉਣਾ ਉਹਦੇ ਅੱਗੇ, ਉਹ ਰਸਤਾ ਹੀ ਹੋਰ ਹੈ। ਇਸੇ ਤਰ੍ਹਾਂ ਭਗਤੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਜਦੋਂ ਭਗਤੀ ਦਾ ਜਹਾਜ਼ ਸੁਰਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਜਦੋਂ ਸੁਰਤੀ ਦੇ ਮਾਰਗ ਤੇ ਚੱਲ ਕੇ ਬਿਰਤੀ ਉੱਪਰ ਨੂੰ ਗਈ, ਸ਼ਬਦ ਵਿੱਚ ਜੁੜੀ, ਸ਼ਬਦ ਦੇ ਜਹਾਜ਼ ਵਿੱਚ ਜਦੋਂ ਬਿਰਤੀ ਉੱਡੀ, ਆਹ ਸਾਰੀਆਂ ਚੀਜ਼ਾਂ ਉੱਤੇ ਕਿੱਥੇ ਰਹਿ ਜਾਂਦੀਆਂ ਨੇ। ਇਹ ਲੋਭ ਮੋਹ ਵਿਸ਼ੇ ਵਿਕਾਰ ਹਰਖ ਸੋਗ ਸਵਰਗ ਨਰਕ ਅੰਮ੍ਰਿਤ ਬਿਖ ਕੰਚਨ ਪੈਸਾ ਉਸਤਤ ਨਿੰਦਾ ਲੋਭ ਸਭ ਖਤਮ ਹੋ ਜਾਂਦੇ ਨੇ, ਕਿਉਂਕਿ ਬਿਰਤੀ ਇੰਨੀ ਉੱਚੀ ਉੱਠ ਚੁੱਕੀ, ਸੁਰਤੀ ਸਰੀਰ ਤੋਂ ਵੀ ਉੱਚੀ, ਬੰਦ ਕੱਟਿਆ ਜਾ ਰਿਹਾ। ਸੁਖਮਨੀ ਸਾਹਿਬ ਦਾ ਪਾਠ ਕਰੋ। ਜਲਾਦ ਕਹਿਣ ਲੱਗਿਆ, ਤੁਸੀਂ ਮੈਂ ਦੇਖ ਰਿਹਾ ਮੱਥੇ ਤੇ ਤਿਉੜੀ ਨਹੀਂ, ਕੋਈ ਸੀ ਨਹੀਂ। ਓਏ ਜਲਾਦਾ, ਤੂੰ ਆਪਣਾ ਕੰਮ ਕਰ, ਤੈਨੂੰ ਜਿਹੜਾ ਕਿਹਾ ਉਹ ਕਰ, ਮੈਨੂੰ ਤੂੰ ਆਪਣਾ ਪਾਠ ਕਰਨ ਦੇ। ਆਪਣੀ ਬੰਦਗੀ 'ਚ ਜੁੜੇ ਹੋਏ ਭਾਈ ਮਨੀ ਸਿੰਘ ਜੀ ਸੁਰਤੀ ਦੇ ਮਾਰਗ ਤੇ ਚਲੇ ਗਏ ਨੇ, ਸ਼ਬਦ ਨਾਲ ਜੁੜ ਕੇ ਬੈਠੇ ਨੇ। ਸੁਰਤੀ ਤੇ ਸ਼ਬਦ ਦਾ ਮਿਲਾਪ ਕਰਕੇ ਸਰੀਰ ਨੂੰ ਛੱਡ ਕੇ ਉੱਤੇ ਚਲੇ ਗਏ ਨੇ, ਦਸਮ ਦੇ ਵਿੱਚ, ਦਸਮ ਦੁਆਰ ਤੱਕ। ਬਸ ਭਾਵੇਂ ਥੱਲੇ ਵਾਲਾ ਸਾਰਾ ਸਰੀਰ ਗਲ ਤੱਕ ਵੜਦੇ, ਉਹ ਸੁਰਤੀ ਉੱਤੇ ਚਲੀ ਗਈ। ਬਾਬਾ ਸੋਹਣ ਸਿੰਘ ਜੀ ਬੀਧੀ ਚੰਦੀਏ, ਜਦੋਂ ਉਹਨਾਂ ਨੇ ਸਰੀਰ ਛੱਡਿਆ ਸੀ, ਉਹ ਐਂ ਹੋਇਆ ਸੀ, ਉਹ ਸੁਰਤੀ ਚੜਾ ਲਈ ਉੱਪਰ। ਡਾਕਟਰਾਂ ਨੂੰ ਕਹਿੰਦੇ ਦੇਖੋ ਨਬਜ, ਕਹਿੰਦੇ ਇਹ ਤਾਂ ਖੜੀ ਹੈ, ਦੇਖੋ ਦਿਲ, ਕਹਿੰਦੇ ਇਹ ਵੀ ਖੜਾ। ਬਾਬਾ ਜੀ ਤੁਸੀਂ ਕਿੱਦਾਂ ਗੱਲਾਂ ਕਰੀ ਜਾਂਦੇ ਹੋ? ਕਹਿੰਦੇ ਮੈਂ ਉੱਤੇ ਆ ਗਿਆ, ਸਿਰ 'ਚ ਆਪਣੀ ਮਰਜ਼ੀ ਨਾਲ ਗੱਲਾਂ ਕਰ ਰਿਹਾ, ਮੈਂ ਸਰੀਰ ਛੱਡ ਚੁੱਕਿਆ, ਸਿਰਫ ਓਨਾ ਹੀ ਹਿੱਸਾ ਮੇਰਾ ਕੰਮ ਕਰ ਰਿਹਾ, ਗਲ ਤੱਕ। ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨੇ ਜਦੋਂ ਆਪਾਂ ਸੁਰਤੀ ਦੇ ਨਾਲ, ਸ਼ਬਦ ਨਾਲ ਸੁਰਤੀ ਨੂੰ ਜੋੜਦੇ ਹਾਂ, ਇੱਕਦਮ ਅਸਮਾਨ ਤੇ ਨੂੰ ਚਲੇ ਜਾਂਦਾ ਕੰਮ, ਸਭ ਕੁਝ ਥੱਲੇ ਹੀ ਰਹਿ ਜਾਂਦਾ। ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਅੱਜ ਮਹਾਰਾਜ ਨੇ ਦੱਸਿਆ ਆਪਾਂ ਨੂੰ, ਲੋਭ ਸਰੀਰ ਵਿੱਚ ਹੈ, ਮੋਹ ਹੈ, ਮਮਤਾ, ਹਰਖ ਸੋਗ ਹੈ, ਸਵਰਗ ਨਰਕ ਅੰਮ੍ਰਿਤ ਬਿਖ ਕੰਚਨ ਪੈਸਾ ਉਸਤਤ ਨਿੰਦਾ, ਇਹ ਸਾਰਾ ਸਰੀਰ ਅੰਦਰ ਹੈ। ਜਦੋਂ ਆਪਾਂ ਸਰੀਰ ਨੂੰ ਹੀ ਛੱਡ ਦਿੱਤਾ, ਜਿਉਂਦੇ ਜੀ ਮਾਇਆ ਛੱਡ ਦਿੱਤੀ, ਸ਼ਬਦ ਵਿੱਚ ਜੁੜ ਗਏ, ਬਸ ਇਹ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਕੋਈ ਉਹਨੂੰ ਗਾਲਾਂ ਕੱਢਦਾ, ਕੋਈ ਮਿੱਠਾ ਬੋਲਦਾ, ਕੋਈ ਉਹਨੂੰ ਕੁਛ ਕਰਦਾ, ਕੋਈ ਕੁਛ ਕਰਦਾ, ਉਹਨੂੰ ਕੋਈ ਮਤਲਬ ਨਹੀਂ ਉਹਨਾਂ ਨਾਲ। ਉਹ ਇਸ ਚੀਜ਼ ਤੋਂ ਹੀ ਉੱਚਾ ਉੱਠ ਗਿਆ। ਹੁਣ ਜਹਾਜ਼ ਉੱਡਿਆ ਜਾਂਦਾ ਅਸਮਾਨ ਵਿੱਚ, ਉਹਨੂੰ ਥੱਲਿਓਂ ਕੋਈ ਕੁਹਾੜਾ ਲੈ ਕੇ ਕਹੇ ਮੈਂ ਤੈਨੂੰ ਵੱਢ ਦੂੰ, ਜਹਾਜ਼ ਨੂੰ ਕੀ ਫਰਕ ਪੈਂਦਾ? ਕੋਈ ਗਾਲਾਂ ਕੱਢੀ ਜਾਵੇ ਜਹਾਜ਼ ਨੂੰ, ਉਹਨੂੰ ਕੀ ਫਰਕ ਪੈਂਦਾ? ਉੱਥੇ ਕੀ ਅਸਰ ਹੈ? ਕੋਈ ਤੀਲੀ ਬਾਲ ਕੇ ਖੜ ਜੇ ਮੈਂ ਤੈਨੂੰ ਅੱਗ ਲਾ ਦੂੰ, ਜਹਾਜ਼ ਨੂੰ ਅੱਗ ਲੱਗਦੀ ਇੱਦਾਂ? ਜਹਾਜ਼ ਤਾਂ ਇੱਦਾਂ 40,000 ਫੁੱਟ ਤੇ ਜਾ ਰਿਹਾ, ਉਹਨੂੰ ਕੀ ਫਰਕ ਪੈਂਦਾ? ਜਹਾਜ਼ ਨੂੰ ਧਰਤੀ ਦੀ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਪੈਂਦਾ, ਕਿਉਂਕਿ ਉਹ ਨਿਰਲੇਪ ਹੋ ਚੁੱਕਿਆ, ਤਾਹਾਂ ਜਾ ਚੁੱਕਿਆ। ਮਹਾਰਾਜ ਕਹਿੰਦੇ ਸ਼ਬਦ ਤੇ ਸੁਰਤ ਨੂੰ ਮਿਲਾਪ ਕਰਕੇ ਜਦੋਂ ਗੁਰਸਿੱਖ ਉੱਪਰ ਜਾਂਦਾ ਦਸਮ ਦੁਆਰ ਤੇ, ਸਭ ਕੁਝ ਖਤਮ ਹੋ ਜਾਂਦਾ। ਉਹਨੂੰ ਭਾਵੇਂ ਖਤਮ ਵੀ ਕਰ ਦਿਓ, ਉਹਨੂੰ ਕੋਈ ਮਤਲਬ ਨਹੀਂ ਹੈ, ਉਹ ਤਾਂ ਬੈਠਾ ਹੀ ਉਹਦੇ ਹੁਕਮ ਵਿੱਚ। ਸੋ ਇਸ ਕਰਕੇ ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹ ਜਾਂਦਾ, 2 ਫਾੜੇ ਕਰ ਦਿੱਤੇ ਭਾਈ ਮਤੀ ਦਾਸ ਨੇ, ਉਹਨੂੰ ਕੀ ਫਰਕ ਪਿਆ? ਉਹ ਤਾਂ ਕਹਿੰਦਾ ਬੈਠਾ ਸਰੀਰ ਅੰਦਰ ਹੈ ਹੀ ਨਹੀਂ ਮੈਂ। ਤਾਂ ਮਹਾਰਾਜ ਕਹਿੰਦੇ ਇੰਨੀ ਉੱਚੀ ਅਵਸਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਆਪਣਾ ਸੀਸ ਦੇ ਦਿੱਤਾ, ਜਿਨ੍ਹਾਂ ਨੇ ਹਿੰਦੂ ਧਰਮ ਵਾਸਤੇ ਜੰਜੂ ਬਚਾਉਣ ਲਈ ਬਖਸ਼ਿਸ਼ਾਂ ਕੀਤੀਆਂ। ਮਹਾਰਾਜ ਨੇ ਦੁੱਖ ਸੁਖੇ ਬਾਧੇ ਜਿਹੇ ਨਾ ਹਨ ਤੇ ਤੁਮ ਜਾਣੋ ਗਿਆਨੀ। ਦੁੱਖ ਅਤੇ ਸੁੱਖ ਜਿਹੜੇ ਪੁਰਸ਼ ਇਹਨਾਂ ਵਿੱਚ ਨਹੀਂ ਬੰਨੇ ਹੋਏ ਨੇ, ਬੰਨੇ ਹੀ ਨਹੀਂ ਹੋਏ, ਦੁੱਖ ਅਤੇ ਸੁੱਖ ਨੂੰ ਮੰਨਦੇ ਹੀ ਨਹੀਂ। ਦੁੱਖ ਤੇ ਸੁੱਖ ਇਹ ਦੋਵੇਂ ਜਿਹਨੂੰ ਪੀੜਾ ਨਹੀਂ ਦਿੰਦੇ, ਉਹਨੂੰ ਸਮਝੋ ਗਿਆਨੀ, ਬ੍ਰਹਮ ਗਿਆਨ ਵਿੱਚ ਹੈ ਉਹ। ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ। ਮਹਾਰਾਜ ਕਥਨ ਕਰਦੇ ਜੋ ਬੰਦਾ ਇਸ ਤਰ੍ਹਾਂ ਦਾ ਹੈ, ਤੁਸੀਂ ਮੁਕਤ ਸਰੂਪ ਮੰਨੋ ਉਸ ਬੰਦੇ ਨੂੰ। ਮੁਕਤ ਸਰੂਪ ਹੈ ਬੰਦਾ, ਕਿਉਂਕਿ ਉਹ ਮੁਕਤ ਹੋ ਚੁੱਕਿਆ ਸਾਰੇ ਬੰਧਨਾਂ ਤੋਂ ਜਿਹੜੇ ਦੱਸ ਕੇ ਆਏ हैं। ਗੌੜੀ ਮਹੱਲਾ ਨਾਵਾ ਮਨ ਰੇ ਕਹਾਂ ਭਇਓ ਤੈਂ ਬੌਰਾ। ਆਪਣੇ ਮਨ ਨੂੰ ਸਮਝਾਓ, ਇਹ ਅੰਦਰ ਹੀ ਬੈਠਾ, ਬਾਹਰ ਵੀ ਜਾ ਆਉਂਦਾ, ਅੰਦਰ ਵੀ ਬੈਠਾ, ਸ਼ਰਾਰਤੀ ਚੰਚਲ, ਬਹੁਤ ਮੂਰਖ ਜਿਹਾ ਹੈ ਇਹ, ਹੂੜ ਮੱਤ ਜਿਹਾ, ਪਤਾ ਨਹੀਂ ਲੱਗਦਾ ਚੰਗਾ ਭਲਾ ਟੇਕਿਆ ਟਕਾਇਆ ਹੋਰ ਹੀ ਕੁਛ ਕਰ ਦਿੰਦਾ। ਕਹਿੰਦੇ ਨੇ ਇਹ ਮਨ ਤੂੰ ਕਿਸ ਵਾਸਤੇ ਝੱਲਾ ਹੋ ਗਿਆ, ਪਾਗਲ ਕਿਉਂ ਹੋਇਆ ਬੈਠਾ, ਬਹੁਤਾ ਪਾਗਲ ਹੈ ਤੂੰ।
ਅਹਨਿਸ ਔਧ ਘਟੈ ਨਹੀਂ ਜਾਣੈ, ਭਇਓ ਲੋਭ ਸੰਗ ਹਉਰਾ ਰਹਾਉ। ਦਿਨ ਰਾਤ ਤੇਰੀ ਉਮਰ ਘਟਦੀ ਜਾ ਰਹੀ, ਤੂੰ ਜਾਣਦਾ ਹੀ ਨਹੀਂ। ਤੂੰ ਲੋਭ ਦੀ ਸੰਗਤ ਕਰਕੇ ਹੌਲਾ ਤੁੱਛ ਜਿਹਾ ਹੋ ਗਿਆ। ਇੰਨਾ ਲੋਭੀ, ਇੰਨਾ ਕਾਮੀ ਹੰਕਾਰੀ ਤੂੰ ਹੋਰ ਹੀ ਪਾਸੇ ਤੁਰਿਆ ਫਿਰਦਾ। ਜੋ ਤਨ ਤੈਂ ਆਪਣੋ ਕਰ ਮਾਨਿਓ, ਹਰ ਸੁੰਦਰ ਗ੍ਰਹਿ ਨਾਰੀ। ਜਿਹੜੇ ਸਰੀਰ ਨੂੰ ਤੂੰ ਆਪਣਾ ਕਰਕੇ ਮੰਨਿਆ ਤੇ ਸੁੰਦਰ ਇਸਤਰੀ ਤੇ ਘਰ ਆਦਿ ਕੇ ਸਾਰੇ ਆਪਣੇ ਮੰਨੇ ਆ, ਇਨ ਮੈਂ ਕਛ ਤੇਰੋ ਰੇ ਨਾਹਨ, ਦੇਖੋ ਸੋਚ ਵਿਚਾਰੀ। ਕਹਿੰਦੇ ਮਨ ਇਹਨਾਂ ਵਿੱਚੋਂ ਤੇਰਾ ਕੁਝ ਵੀ ਨਹੀਂ। ਤੂੰ ਆਪਣੇ ਮਨ ਵਿੱਚ ਸੋਚ ਵਿਚਾਰ ਕੇ ਦੇਖ, ਇਹ ਤਾਂ ਐਵੇਂ ਲੱਗਦੇ ਨੇ ਕਿ ਮੇਰੇ ਨੇ। ਇਹਨਾਂ ਚੋਂ ਕੌਣ ਆ ਤੇਰਾ? ਇਹ ਤਾਂ ਸਿਰਫ ਤੈਨੂੰ ਇੱਕ ਪਸ਼ੂ ਵਾਂਗੂ ਵਰਤਦੇ ਨੇ। ਬਸ ਲਿਆਈ ਜਾ ਕਮਾਈ ਜਾ, ਲਿਆਈ ਜਾ ਕਮਾਈ ਜਾ, ਰੱਖੀ ਜਾ, ਭੱਜ ਜਾ, ਹੋਰ ਲਿਆ, ਹੋਰ ਲਿਆ, ਹੋਰ ਲਿਆ। ਇਹੀ ਕੰਮ ਹੈ ਨਾ ਤੇਰਾ, ਹੋਰ ਕੰਮ ਕੀ ਤੇਰਾ? ਰਤਨ ਜਨਮ ਆਪਣੋ ਤੈਂ ਹਾਰਿਓ, ਗੋਬਿੰਦ ਗਤ ਨਹੀਂ ਜਾਣੀ। ਰਤਨ ਵਾਂਗੂ ਮੋਲਕ ਮਨੁੱਖਾ ਜਨਮ ਤੂੰ ਆਪਣਾ ਹਾਰ ਹੀ ਦਿੱਤਾ, ਕਿਉਂਕਿ ਗੋਬਿੰਦ ਦੀ ਪ੍ਰਾਪਤੀ ਦੀ ਜੁਗਤੀ ਤੂੰ ਸਮਝੀ ਹੋਈ ਨਹੀਂ ਹੈ। ਨਿਮਕ ਨਾ ਲੀਨ ਭਇਓ ਚਰਨਨ ਸਿਉ, ਬਿਰਥਾ ਆਉਦ ਸਿਰਾਨੀ। ਇੱਕ ਨਿਮਕ ਮਾਤਰ ਵੀ ਤੂੰ ਚਰਨਾਂ ਨਾਲ ਲੀਨ ਹੀ ਨਹੀਂ ਹੋਇਆ, ਇਸ ਲਈ ਤੂੰ ਆਪਣੀ ਉਮਰ ਵਿਅਰਥ ਹੀ ਗਵਾ ਲਈ। ਕਹੋ ਨਾਨਕ ਸੋਈ ਨਰ ਸੁਖੀਆ, ਰਾਮ ਨਾਮ ਗੁਣ ਗਾਵੈ। ਮਹਾਰਾਜ ਕਥਨ ਕਰਦੇ ਉਹ ਬੰਦਾ ਸੁਖੀ ਹੈ ਜੋ ਪ੍ਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ, ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਔਰ ਸਗਲ ਜਗ ਮਾਇਆ ਮੋਹਿਆ, ਨਿਰਭੈ ਪਦ ਨਹੀਂ ਪਾਵੈ। ਹੋਰ ਸਾਰਾ ਸੰਸਾਰ ਮਾਇਆ ਦਾ ਮੋਹਿਆ ਹੋਇਆ ਅਤੇ ਨਿਰਭੈ ਪਦਵੀ ਨੂੰ ਉਹ ਪ੍ਰਾਪਤ ਹੀ ਨਹੀਂ ਕਰਦਾ। ਗੌੜੀ ਮਹੱਲਾ ਨਾਵਾ, ਨਰ ਅਚੇਤ ਪਾਪ ਤੇ ਡਰ ਰੇ। ਮਹਾਰਾਜ ਕਹਿੰਦੇ ਅਚੇਤ ਅਗਿਆਤ ਪੁਰਸ਼ਾ, ਤੂੰ ਪਾਪ ਕਰਮਾਂ ਤੋਂ ਡਰ। ਨਰ ਅਚੇਤ ਪਾਪ ਤੇ ਡਰ ਰੇ। ਅਥਵਾ ਐਸਾ ਵੀ ਕਹਿੰਦੇ ਨਰ ਅਚੇਤ ਪਾਪ ਤੇ ਡਰ ਰੇ। ਅਚਨਚੇਤ ਜੋ ਅਨਭੋਲੀ ਪਾਪ ਕਰਮ ਹੋ ਜਾਂਦੇ ਉਹਨਾਂ ਤੋਂ ਵੀ ਡਰ। ਇੰਨਾ ਡਰ ਗਲਤ ਕੰਮਾਂ ਤੋਂ। ਦੀਨ ਦਿਆਲ ਸਗਲ ਭੈ ਭੰਜਨ, ਸਰਨ ਤਾਹੇ ਤੁਮ ਪਰ ਰੇ ਰਹਾਓ। ਜੋ ਦੀਨ ਦਿਆਲ ਪ੍ਰਭੂ ਸਾਰੇ ਡਰਾਂ ਦਾ ਨਾਸ਼ ਕਰਨ ਵਾਲਾ ਪ੍ਰਮਾਤਮਾ ਹੈ, ਤੂੰ ਉਹਦੀ ਸ਼ਰਨ ਵਿੱਚ ਜਾ ਕੇ ਪੈ ਜਾ, ਪ੍ਰਮਾਤਮਾ ਦੀ ਸ਼ਰਨ ਵਿੱਚ ਪੈ ਜਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਵੇਦ ਪੁਰਾਨ ਜਾਸ ਗੁਣ ਗਾਵਤ, ਤਾਕੋ ਨਾਮ ਹੀ ਐ ਮੋਹ ਧਰ ਰੇ। ਜਿਸ ਪ੍ਰਭੂ ਦੇ ਗੁਣਾਂ ਨੂੰ ਵੇਦ ਪੁਰਾਣ ਸ਼ਾਸਤਰ ਗਾਉਂਦੇ ਨੇ, ਉਹਦੇ ਨਾਮ ਨੂੰ ਤੂੰ ਵੀ ਹਿਰਦੇ 'ਚ ਧਾਰਨਾ ਕਰ, ਹਿਰਦੇ 'ਚ ਵਸਾ, ਪ੍ਰਮਾਤਮਾ ਦੇ ਨਾਮ ਨੂੰ ਜਪ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਜਗ ਦੇ ਵਿੱਚ ਇੱਕ ਹਰੀ ਦਾ ਨਾਮ ਹੀ ਪਾਵਨ ਪਵਿੱਤਰ ਹੈ, ਉਹਨੂੰ ਸਿਮਰ ਸਿਮਰ ਕੇ ਆਪਣੇ ਸਾਰੇ ਪਾਪ ਨਾਸ਼ ਕਰ ਲੈ। ਮਾਨਸ ਦੇਹ ਬਹੁਰ ਨਹਿ ਪਾਵੈ, ਕਛੂ ਪਾਉ ਮੁਕਤ ਕਾ ਕਰ ਰੇ। ਇਹ ਮਨੁੱਖਾ ਦੇਹੀ ਤੈਨੂੰ ਦੁਬਾਰਾ ਨਹੀਂ ਮਿਲਣੀ। ਹੁਣ ਜੇ ਯਤਨ ਕਰਨਾ ਕਰ ਲੈ, ਮੁੜ ਕੇ ਤਾਂ ਜੂਨੀਆਂ ਨੇ, ਫਿਰ ਕੂਕਰ ਸੂਕਰ ਗਰਦ ਬੈਤ, ਫਿਰ ਇਹ ਜੂਨੀਆਂ ਹੀ ਮਿਲਣੀਆਂ ਨੇ। ਫਿਰ ਕਦੇ ਨਾ ਆਏਗਾ ਗੁਰਦੁਆਰੇ ਅਗਲੇ ਜੂਨ 'ਚ, ਫਿਰ ਜੰਗਲਾਂ 'ਚ ਹੀ ਘੁੰਮੇਗਾ, ਫਿਰ ਕੀ ਫਾਇਦਾ ਹੋਏਗਾ? ਹੁਣੇ ਹੀ ਸੰਭਾਲ ਸਾਰਾ ਕੁਝ। ਨਾਨਕ ਕਹਿਤ ਗਾਏ ਕਰੁਣਾ ਮੈਂ, ਭਵ ਸਾਗਰ ਕੈ ਪਾਰ ਉਤਰ ਰੇ। ਕਰੁਣਾ ਮੈਂ ਹੁੰਦਾ ਕਿਰਪਾ ਸਰੂਪ। ਸਤਿਗੁਰੂ ਕਥਨ ਕਰਦੇ ਭਾਈ ਜੋ ਕਰੁਣਾ ਮੈਂ ਪ੍ਰਮਾਤਮਾ ਹੈ ਨਾ, ਕਿਰਪਾ ਸਰੂਪ ਪਰਮੇਸ਼ਰ ਦੇ ਗੁਣ ਗਾ ਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਤੈਨੂੰ ਚੰਗੀ ਸਿੱਖਿਆ ਦਿੰਦੇ ਆ। ਸਤਿਗੁਰੂ ਸਾਨੂੰ ਹਮੇਸ਼ਾ ਚੰਗੀ ਸਿੱਖਿਆ ਦਿੰਦੇ ਨੇ। ਨੌਵੇਂ ਪਾਤਸ਼ਾਹ ਨੇ ਜਿੰਨੇ ਸ਼ਬਦ ਉਚਾਰਨ ਕੀਤੇ ਨੇ, ਇਹਨਾਂ ਦੇ ਵਿੱਚ ਦੇਖੋ ਸਾਰਿਆਂ ਸ਼ਬਦਾਂ ਦੇ ਵਿੱਚ ਮਹਾਰਾਜ ਨੇ ਕੁੱਲ 9 ਸ਼ਬਦਾਂ ਵਿੱਚ ਆਪਾਂ ਨੂੰ ਇਹੀ ਸਿੱਖਿਆ ਦਿੱਤੀ। ਬਸ ਨਾਮ ਜਪੋ, ਸਹੀ ਕਰਮ ਕਰੋ, ਕਾਮ ਕ੍ਰੋਧ ਤੋਂ ਬਚੋ, ਔਰ ਮਹਾਰਾਜ ਕਹਿੰਦੇ ਸ਼ਬਦ ਤੇ ਸੁਰ ਦਾ ਮਿਲਾਪ ਕਰੋ। ਮਨੁੱਖਾ ਜਨਮ ਫੇਰ ਨਹੀਂ ਮਿਲਣਾ, ਇੱਕੋ ਵਾਰ ਹੀ ਮਿਲਿਆ, ਫੇਰ ਕਦੇ ਦੁਬਾਰਾ ਮਨੁੱਖਾ ਜਨਮ ਨਹੀਂ ਮਿਲੇਗਾ। ਬਸ ਇਸ ਕਰਕੇ ਸਾਨੂੰ ਸਦਾ ਹੀ ਸਤਿਗੁਰੂ ਨਾਮ ਜਪਣ ਦਾ ਹੁਕਮ ਕਰਦੇ ਨੇ।